निर्वैर अकाल मूरत अजूनी सैभं गुर प्रसाद। चक्र चहन अर बरन जात अर पात नहन जेहे। रूप रंग अर रेख पेख को कह न सकत के। अचल मूरत अनुभव प्रकाश अमितोज कह जय। कोट इंद्र इंद्राण साहे सहाण गणजय। त्रिभुवन महीप सुर नर असुर। नेत नेत बन तृण कहत तब सर्ब नाम कथय कवन। कर्म नाम बरनत सुमत त्वय सर्ब नाम कथय कवन। कर्म नाम बरनत सुमत तू ठाकुरो बैरागरो। मैं जही कण छेरी राम तू सागरो रतनागरो। हूँ सार न जाना तेरी राम सार न जाना तू वडदाना। कर मेहरमत साईं कृपा की जैसा मत दीजै। आठ पहर तुद तिहाई गर्भ ना कीजै। रेण हो विजै तांगत जियरे तेरी। सब ऊपर नानक का ठाकुर। मैं जही घण छेरी राम सब ऊपर नानक का ठाकुर। मैं जही घण छेरी राम सब ऊपर नानक का ठाकुर। मैं जही घण छेरी राम। हम अवगुण भरे एक गुण नाहि। अमृत छाड़ बिख बिख खाई। माया मोह परम पै भूले। सुत दारा स्यों प्रीत। एक उत्तम पंथ सुन्यो गुर संगत। तेह मिलंत जम त्रास मिटाई। एक अरदास पाठ कीरत की। गुर रामदास राखो शरणाई। सुख होटल गुर सेविया। अहनस सहज सुभाए। दर्शन परसे गुरु का। जन्म मरण दुख जाए। होवै सिफत खसंबंधी। नूर अर सोह कुर सोह चट्टी। तुद डिठे सच्चे पातशाह। मल जन्म जन्म दे कट्टी। सज्जन सच्चा पातशाह। सिर साहांद शाहो। जिस पास बैठिया सोहिया। सबना दा वेसाहो। सतनाम
ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪਹਿਲਾ। ਸੂਰ ਸਾਰ ਸੋਸ ਲੈ, ਸੋਮ ਸਾਰ ਪੋਖ ਲੈ। ਜੁਗਤ ਕਰ ਮਰਤ ਸੋ ਸਨ ਵੰਦ ਕੀਜੈ। ਮੀਨ ਕੀ ਚਾਪਲ ਸਿਉ ਜੁਗਤ ਮਨ ਰਾਖੀਐ। ਉਡਨ ਹੈ ਹੰਸਾ ਨਹਿ ਕੰਧ ਛੀਜੈ। ਸੂਰ ਸਾਰ ਸੂਸ ਲੈ, ਸੋਮ ਸਾਰ ਪੋਖ ਲੈ। ਜੁਗਤ ਕਰ ਮਰਤ ਸੋ ਸਨ ਬੰਧ ਕੀਜੈ। ਮੀਨ ਕੀ ਚਾਪਲ ਸਿਉ ਜੁਗਤ ਮਨ ਰਾਖੀਐ। ਉਡਨ ਹੈ ਹੰਸਾ ਨਹਿ ਕੰਧ ਛੀਜੈ। ਮੂੜੀ ਕਾਇਚੇ ਭਰਮ ਭੁਲਾ, ਨਹਿ ਚੀਨਿਆ ਪਰਮਾਨੰਦ ਬੈਰਾਗੀ। ਰਹਾਉ ਆਜਰ ਗਹੁ ਜਾਰ ਲੈ, ਅਮਰ ਗਹੁ ਮਾਰ ਲੈ। ਭਰਾਤ ਤਾਜ ਛੋੜਾ ਤਉ ਆਪਿਓ ਪੀਜੈ। ਮੀਨ ਕੀ ਚਾਪਲ ਸਿਉ ਜੁਗਤ ਮਨ ਰਾਖੀਐ। ਉਡਨ ਹੈ ਹੰਸ ਨਹਿ ਕੰਧ ਛੀਜੈ। ਭਣਤ ਨਾਨਕ ਜਨੋ ਰਵੈ ਜੀ ਹਰ ਮਨੋ। ਮਨ ਪਵਨ ਸਿਉ ਅੰਮ੍ਰਿਤ ਪੀਜੈ। ਮੀਨ ਕੀ ਚਾਪਲ ਸਿਉ ਜੁਗਤ ਮਨ ਰਾਖੀਐ। ਉਡਨ ਹੈ ਹੰਸ ਨਹਿ ਕੰਧ ਛੀਜੈ। ਭਣਤ ਨਾਨਕ ਜਨੋ ਰਵੈ ਜੀ ਹਰ ਮਨੋ। ਮਨ ਪਵਨ ਸਿਉ ਅੰਮ੍ਰਿਤ ਪੀਜੈ। ਮੀਨ ਕੀ ਚਾਪਲ ਸਿਉ ਜੁਗਤ ਮਨ ਰਾਖੀਐ। ਉਡਨ ਹੈ ਹੰਸ ਨਹਿ ਕੰਧ ਛੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਨ ਦੁਨੀਆ ਦੇ ਮਾਲਕ ਆਪ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਗਰੀਬ ਨਵਾਜ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅੰਮ੍ਰਿਤ ਬਚਨ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਤਖਤਾਂ ਤੇ ਪ੍ਰਕਾਸ਼ਮਾਨ ਹੁੰਦਿਆਂ ਬਖਸ਼ਿਸ਼ ਕੀਤੇ ਹਨ। ਗੁਰਮੁਖ ਪਿਆਰੇ ਭਾਈ ਸਾਹਿਬ ਜੀ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸਹਿਤ ਆਪ ਜੀ ਨੇ ਗੁਰਦੇਵ ਦੇ ਪਾਵਨ ਅੰਮ੍ਰਿਤਮਈ ਬਚਨ ਸਰਵਣ ਕੀਤੇ ਹਨ। ਅੱਜ ਦਾ ਇਹ ਪਾਵਨ ਸ਼ਬਦ ਮੁੱਖ ਵਾਕ ਗੁਰੂ ਬਾਬਾ ਜੀ ਨੇ ਉਚਾਰਨ ਕੀਤਾ ਹੈ। ਬੜਾ ਮਹਿੰਗਾ ਸ਼ਬਦ ਹੈ। ਇਹਦੇ ਅੰਦਰ ਜਿਹੜੇ ਅਰਥ ਭਾਵ ਨੇ ਉਹ ਬੜੇ ਡੂੰਘੇ ਹਨ, ਕਿਉਂਕਿ ਇਹ ਪ੍ਰੈਕਟੀਕਲ ਦਾ ਵਿਸ਼ਾ ਹੈ। ਬਹੁਤ ਸਾਰੇ ਸ਼ਬਦ ਅਸੀਂ ਥਿਊਰੀ ਦੇ ਰੂਪ ਦੇ ਵਿੱਚ
ਸੁਣ ਲੈਂਦੇ ਹਾਂ, ਪੜ੍ਹ ਲੈਂਦੇ ਹਾਂ ਤੇ ਉਹ ਥੋੜ੍ਹੀ ਬਹੁਤ ਸਮਝ ਪੈ ਜਾਂਦੀ ਹੈ। ਪਰ ਅੱਜ ਦੇ ਇਹ ਪਾਵਨ ਅੰਮ੍ਰਿਤ ਬਚਨ ਪ੍ਰੈਕਟੀਕਲ ਦਾ ਵਿਸ਼ਾ ਹੋਣ ਕਰਕੇ ਸਮਝਣਾ ਕਠਿਨ ਹੁੰਦਾ ਹੈ, ਕਿਉਂਕਿ ਜਦੋਂ ਤੱਕ ਕਿਸੇ ਚੀਜ਼ ਦਾ ਤਜਰਬਾ ਸਾਡੇ ਅੰਦਰ ਨਾ ਹੋਵੇਗਾ, ਕੋਈ ਲੱਖ ਸਮਝਾਵੇ ਸਾਨੂੰ ਸਮਝ ਨਹੀਂ ਪੈਂਦਾ। ਇਹ ਸਾਧਨਾ ਹੈ। ਯੋਗ ਦੇ ਨਾਲ ਕੁਝ ਸੰਬੰਧ ਜੁੜਦਾ ਹੈ ਇਸ ਸਾਧਨਾ ਦਾ। ਸਾਡੀ ਨਾਸਿਕਾ ਦੇ ਨਾਲ 3 ਨਾੜੀਆਂ ਚੱਲਦੀਆਂ ਹਨ। ਰੀੜ੍ਹ ਦੀ ਹੱਡੀ ਵਿੱਚ ਜਿਨ੍ਹਾਂ ਨੇ ਤੁਸੀਂ ਕਿਤੇ ਰੀੜ੍ਹ ਦੀ ਹੱਡੀ ਦੀ ਤਸਵੀਰ ਵੇਖੀ ਹੋਵੇ ਜਾਂ ਉਹਦੀ ਬਣਤਰ ਬਣੀ ਹੋਈ ਵੇਖੀ ਹੋਵੇ, ਤੇ ਬਿਲਕੁਲ ਥੱਲੜੇ ਪਾਸੇ ਰੀੜ੍ਹ ਦੀ ਹੱਡੀ ਦੇ ਸੱਜੇ ਤੇ ਖੱਬੇ 2 ਛੇਕ ਹੁੰਦੇ ਨੇ। ਉਹ ਸੱਜੇ ਤੇ ਖੱਬੇ ਜਿਹੜੇ 2 ਛੇਕ ਨੇ ਉਹਨਾਂ ਨੂੰ ਈੜਾ ਤੇ ਪਿੰਗਲਾ ਕਹਿੰਦੇ ਨੇ। ਈੜਾ ਔਰ ਪਿੰਗਲਾ ਦੇ ਵਿਚਕਾਰ ਜਿਹੜੀ ਨਾੜੀ ਕੰਮ ਕਰਦੀ ਹੈ ਉਹਨੂੰ ਸੁਸ਼ਮਨਾ ਕਹਿੰਦੇ ਹਨ। ਮਹਾਰਾਜ ਭਗਤ ਬੈਣੀ ਜੀ ਨੇ ਜ਼ਿਕਰ ਕਰਦਿਆਂ ਫਰਮਾਇਆ ਹੈ, ਈੜਾ ਪਿੰਗਲਾ ਔਰ ਸੁਖਮਨਾ 3 ਬਸੈ ਇਕ ਠਾਈ, ਬੇਣੀ ਸੰਗਮ ਤਹਿ ਪਰਾਗ ਮਨ ਮੱਜਨ ਕਰੈ ਤਥਾਈ। ਈੜਾ ਪਿੰਗਲਾ ਤੇ ਸੁਸ਼ਮਨਾ ਸਾਡੇ ਸਰੀਰ ਵਿੱਚ ਜਿਹੜੀਆਂ ਪ੍ਰਮੁੱਖ ਨਾੜੀਆਂ ਨੇ ਉਹ 72,000 ਹਨ। 72,000 ਨਾੜੀਆਂ ਜਿਹੜੀਆਂ ਨੇ ਉਹ ਇਹਨਾਂ 3 ਨਾੜੀਆਂ ਦੇ ਵਿੱਚੋਂ ਹੀ ਨਿਕਲਦੀਆਂ ਨੇ। ਈੜਾ ਪਿੰਗਲਾ ਤੇ ਸੁਖਮਨਾ ਵਿੱਚੋਂ ਹੀ 3 ਦਾ ਨਿਕਾਸ ਹੁੰਦਾ ਹੈ। ਜੇ ਤੁਸੀਂ ਸਰੀਰ ਦੀ ਚੀਰ ਫਾੜ ਕਰਕੇ ਇਹਨਾਂ ਨਾੜੀਆਂ ਨੂੰ ਵੇਖਣਾ ਚਾਹੋ ਤੇ ਨਹੀਂ ਵੇਖ ਸਕਦੇ। ਇਹ ਨਾੜੀਆਂ ਸਰੀਰ ਦੇ ਵਿੱਚ ਤੁਸੀਂ ਇਹਨਾਂ ਨੂੰ ਨਹੀਂ ਤੱਕ ਸਕਦੇ। ਬਾਕੀ ਜਿਹੜੀਆਂ ਧਮਨੀਆਂ ਨੇ, ਨਾੜੀਆਂ ਨੇ, ਉਹ ਤੁਸੀਂ ਵੇਖ ਸਕਦੇ ਹੋ ਜਦੋਂ ਚੀਰ ਫਾੜ ਕਰੋ, ਜਾਂ ਸਰੀਰ ਵਿੱਚੋਂ ਵੀ ਕੁਝ ਨਾੜੀਆਂ ਫੁੱਲ ਜਾਂਦੀਆਂ ਨੇ, ਅਸੀਂ ਵੇਖ ਸਕਦੇ ਹਾਂ। ਪਰ ਇਹ ਜਿਹੜੀਆਂ 72,000 ਨਾੜੀਆਂ ਤੇ ਇਹਨਾਂ ਵਿੱਚ ਈੜਾ ਪਿੰਗਲਾ ਤੇ ਸੁਖਮਨਾ ਨੇ, ਇਹ ਸਰੀਰ ਦੀ ਚੀਰ ਫਾੜ ਕੀਤਿਆਂ ਵੀ ਨਜ਼ਰ ਨਹੀਂ ਆਉਂਦੀਆਂ। ਸਾਡੇ ਸਰੀਰ ਦੇ ਅੰਦਰ ਜਿਹੜਾ ਸੂਖਸ਼ਮ ਸਰੀਰ ਹੈ, ਸੂਖਸ਼ਮ ਸਰੀਰ ਪ੍ਰਾਣਾਂ ਦੇ ਆਸ਼ਰਿਤ ਚੱਲ ਰਿਹਾ ਹੈ। ਉਹ ਪ੍ਰਾਣ ਜਿਨ੍ਹਾਂ ਨਾੜੀਆਂ ਦੇ ਵਿੱਚ ਵਹਿੰਦੇ ਨੇ, ਜਿਨ੍ਹਾਂ ਨੂੰ ਆਪਾਂ ਊਰਜਾ ਕਹਿੰਦੇ ਆ, ਸਰੀਰ ਦੀ ਸ਼ਕਤੀ ਕਹਿੰਦੇ ਆ, એનર્ਜੀ ਕਹਿੰਦੇ ਆ, ਉਹ ਸ਼ਕਤੀ ਜਿਹੜੀ ਪ੍ਰਾਣਾਂ ਦੀ ਸ਼ਕਤੀ ਜਿਨ੍ਹਾਂ ਨਾੜੀਆਂ ਵਿੱਚ ਵਹਿ ਰਹੀ ਹੈ, ਚੱਲ ਰਹੀ ਹੈ, ਉਹ ਨਾੜੀਆਂ ਨੇ ਈੜਾ ਪਿੰਗਲਾ ਤੇ ਸੁਸ਼ਮਨਾ। ਹਰ 1 ਘੰਟੇ ਬਾਅਦ ਸਾਡੀ ਸਰੀਰ ਦੀ ਜਿਹੜੀ ਨਾਸਿਕਾ ਦੀ ਨਾੜੀ ਹੈ ਉਹ ਤਬਦੀਲ ਹੁੰਦੀ ਹੈ। ਇੱਕ ਟਾਈਮ 'ਚ ਇੱਕੋ ਨਾੜੀ ਕੰਮ ਕਰਦੀ ਹੈ। ਕਦੇ ਤੁਸੀਂ ਵੇਖਣਾ ਹੋਵੇ ਤੇ ਆਪਣੇ ਹੱਥ ਦਾ ਇਹ ਨਥੂਨਾ ਜਿਹੜਾ ਨਥੂਨੇ ਤੇ ਰੱਖੋ, ਜੇ ਖੱਬੇ ਪਾਸੇ ਦੀ ਹਵਾ ਪੈਂਦੀ ਹੈ ਹੱਥ ਦੇ ਉੱਤੇ ਤਾਂ ਖੱਬੀ ਨਾਸਿਕਾ ਚੱਲ ਰਹੀ ਹੈ, ਜੇ ਸੱਜੇ ਪਾਸੇ ਰੱਖੋਗੇ ਉਸ ਪਾਸੇ ਹਵਾ ਚੱਲ ਰਹੀ ਹੈ, ਪ੍ਰਾਣ ਚੱਲ ਰਹੇ ਨੇ, ਤਾਂ ਸੱਜੀ ਨਾਸਿਕਾ ਚੱਲ ਰਹੀ ਹੈ। ਜਦੋਂ ਖੱਬੀ ਨਾਸਿਕਾ ਚੱਲੇ ਇਹਨੂੰ ਕਹਿੰਦੇ ਨੇ ਈੜਾ। ਇਹ ਸੂਰਜ ਦੀ ਨਾੜੀ ਹੈ। ਜਦੋਂ ਸੱਜੀ ਨਾਸਿਕਾ ਦੇ ਵਿੱਚ ਪ੍ਰਾਣ ਚੱਲਦੇ ਹੋਣ ਤਾਂ ਉਸ ਨੂੰ ਕਹਿੰਦੇ ਨੇ ਪਿੰਗੁਲਾ। ਇਹ ਚੰਦਰਮਾ ਦੀ ਨਾੜੀ ਹੈ। ਵਿਚਕਾਰ ਜਿਹੜੀ ਸੁਸ਼ਮਨਾ ਨਾੜੀ ਹੈ ਇਹ ਕਦੋਂ ਕੰਮ ਕਰਦੀ ਹੈ? ਜਦੋਂ, ਕਿਉਂਕਿ ਆਮ ਕਰਕੇ 1 ਘੰਟੇ ਬਾਅਦ ਸਾਡੀ ਨਾਸਿਕਾ ਦੀ ਜਿਹੜੀ ਪੌਣ ਵਾਯੂ ਲੈਣ ਦੀ ਸਵਾਸ ਦੀ ਪ੍ਰਕਿਰਿਆ ਹੈ ਉਹ ਤਬਦੀਲ ਹੁੰਦੀ ਹੈ। ਹੁਣ ਤੁਸੀਂ ਮਹਿਸੂਸ ਕਰੋ ਕਿ ਤੁਹਾਡੀ ਨਾਸਿਕਾ ਦੀ ਕਿਹੜੀ ਨਾੜੀ ਚੱਲ ਰਹੀ ਹੈ। ਸੱਜੀ ਚੱਲ ਰਹੀ ਹੈ। ਇਸ ਤੋਂ 1 ਘੰਟਾ ਬਾਅਦ ਖੱਬੀ ਚੱਲ ਪਏਗੀ। ਫਿਰ ਖੱਬੀ ਨਾਸਿਕਾ ਵਿੱਚ 1 ਘੰਟਾ ਸਵਾਸ ਚੱਲਣਗੇ, ਫਿਰ ਸੱਜੀ ਨਾਸਿਕਾ ਚੱਲ ਪਏਗੀ। ਜਦੋਂ ਇਹ ਦੋਵੇਂ ਨਾੜੀਆਂ ਕਨਵਰਟ ਹੁੰਦੀਆਂ ਨੇ, ਤਬਦੀਲ ਹੁੰਦੀਆਂ ਨੇ ਇੱਕ ਪਾਸੇ, ਉਦੋਂ ਕੁਝ ਸਕਿੰਟਾਂ ਵਾਸਤੇ ਸਾਡੀ ਸੁਸ਼ਮਨਾ ਨਾੜੀ ਚੱਲਣ ਲੱਗ ਪੈਂਦੀ ਹੈ। ਉਦੋਂ ਦੋਵੇਂ ਨਾਸਿਕਾਵਾਂ ਇਕੱਠੀਆਂ ਚੱਲਦੀਆਂ ਨੇ।
ਉਦੋਂ ਦੋਵਾਂ ਨਾੜੀਆਂ ਵਿੱਚ ਨਾਸਕਾ ਦੇ ਜਿਹੜੇ ਦੋਨੇ ਛਿਦਰ ਨੇ ਉਹਨਾਂ ਦੋਨਾਂ ਛਿਦਰਾਂ ਦੇ ਵਿੱਚ ਸਵਾਸ ਦੀ ਪ੍ਰਕਿਰਿਆ ਬਰਾਬਰ ਚੱਲ ਪੈਂਦੀ ਹੈ। ਉਹ ਸਮਾਂ ਸੁਸ਼ਮਨਾ ਨਾੜੀ ਦਾ ਹੈ। ਉਹ ਕੇਵਲ ਕੁਝ ਸਕਿੰਟਾਂ ਲਈ ਹੁੰਦਾ ਹੈ, ਕੁਝ ਸਮੇਂ ਲਈ ਹੁੰਦਾ ਹੈ। ਤੋ ਇਸ ਪ੍ਰਕਾਰ ਨਾਲ ਆਯੁਰਵੇਦ ਦੇ ਮੁਤਾਬਕ ਜਦੋਂ ਖੱਬੀ ਨਾਸਕਾ ਕੰਮ ਕਰ ਰਹੀ ਹੋਵੇ ਉਦੋਂ ਸਾਨੂੰ ਸੌਫਟ ਕੰਮ ਕਰਨੇ ਚਾਹੀਦੇ ਨੇ, ਐਸਾ ਆਯੁਰਵੇਦ ਕਹਿੰਦਾ। ਪਾਣੀ ਪੀਣਾ, ਸ਼ਾਂਤੀ ਨਾਲ ਬਹਿ ਕੇ ਪਾਠ ਭਜਨ ਕਰਨਾ, ਟਿਕਾ ਵਿੱਚ ਬੈਠਣਾ। ਜਦੋਂ ਸੱਜੀ ਨਾਸਕਾ ਦੇ ਵਿੱਚ ਸਵਾਸ ਚੱਲ ਰਹੇ ਹੋਣ ਉਦੋਂ ਭੋਜਨ ਕਰਨਾ ਚਾਹੀਦਾ। ਰੋਟੀ ਖਾਣ ਦੀ ਆਯੁਰਵੇਦ ਕਹਿੰਦਾ ਜਦੋਂ ਤੁਹਾਡੀ ਸੱਜੀ ਨਾਸਕਾ ਕੰਮ ਕਰ ਰਹੀ ਹੋਵੇ ਉਦੋਂ ਪ੍ਰਸ਼ਾਦਾ ਛਕੋ। ਉਦੋਂ ਛਕਿਆ ਹੋਇਆ ਪ੍ਰਸ਼ਾਦਾ ਤੁਹਾਨੂੰ ਛੇਤੀ ਹਜਮ ਹੋ ਜਾਏਗਾ। ਉਦੋਂ ਜਿਹੜੇ ਊਰਜਾ ਵਾਲੇ ਕੰਮ ਨੇ, ਤੇਜ਼ੀ ਨਾਲ ਕਰਨ ਵਾਲੇ ਕੰਮ ਨੇ, ਉਹ ਕੀਤੇ ਜਾਂਦੇ। ਐਸਾ ਆਯੁਰਵੇਦ ਦੇ ਮੁਤਾਬਕ ਵੀ ਮੰਨਿਆ ਜਾਂਦਾ ਹੈ। ਤੋ ਸੱਜੀ ਤੇ ਖੱਬੀ ਨਾਸਕਾ, ਖੱਬੀ ਨਾਸਕਾ ਨੂੰ ਕਹਿੰਦੇ ਨੇ ਈੜਾ, ਸੱਜੀ ਨਾਸਕਾ ਨੂੰ ਕਹਿੰਦੇ ਨੇ ਪਿੰਗਲਾ। ਇਹਦੇ ਵਿਚਕਾਰ ਜਿਹੜੀ ਨਾੜੀ ਸੂਖਸ਼ਮ ਰੂਪ 'ਚ ਕੰਮ ਕਰ ਰਹੀ ਹੈ ਉਹਨੂੰ ਕਹਿੰਦੇ ਨੇ ਸੁਸ਼ਮਨਾ। ਜਿਹੜੇ ਯੋਗੀ ਲੋਕ ਨੇ ਉਹ ਯੋਗ ਦੀ ਸਾਧਨਾ ਦੁਆਰਾ ਆਪਣੀ ਸੁਸ਼ਮਨਾ ਨਾੜੀ ਨੂੰ ਜਗਾਉਂਦੇ ਨੇ, ਜਾਗਰਤ ਕਰਦੇ ਨੇ। ਔਰ ਉਸ ਸਾਧਨਾ ਨਾਲ ਜਦੋਂ ਸੁਸ਼ਮਨਾ ਨੂੰ ਜਾਗਰਤ ਕਰਦੇ ਨੇ ਫਿਰ ਉਹਨਾਂ ਦੀਆਂ ਦੋਵੇਂ ਨਾਸਕਾਵਾਂ ਸੁੱਤੇ ਸਿੱਧ ਚੱਲ ਪੈਂਦੀਆਂ ਹਨ। ਅਗਰ ਤੁਸੀਂ ਕਦੇ ਪ੍ਰੈਕਟੀਕਲ ਕਰਨਾ ਹੋਵੇ, ਮੰਨ ਲਓ ਕਿ ਤੁਹਾਡੀ ਖੱਬੀ ਨਾਸਕਾ ਚੱਲ ਰਹੀ ਹੈ, ਉਹਦੇ ਵਿੱਚ ਸਵਾਸ ਚੱਲ ਰਹੇ ਨੇ, ਸੱਜੀ ਬੰਦ ਹੈ, ਤਾਂ ਜ਼ੋਰ ਨਾਲ 15 ਤੋਂ 20 ਸਕਿੰਟ ਜਿਹੜੀ ਨਾਸਕਾ ਬੰਦ ਹੈ ਉਹਦੇ ਨਾਲ ਸਵਾਸ ਬਾਹਰ ਕੱਢਣੇ ਨੇ ਜ਼ੋਰ ਨਾਲ। ਜਦੋਂ ਜ਼ੋਰ ਨਾਲ 15-20 ਸਕਿੰਟ ਲਈ ਤੁਸੀਂ ਉਸ ਨਾਸਕਾ ਦੁਆਰਾ ਸਵਾਸ ਕੱਢੋਗੇ, ਕੁਝ ਸਮੇਂ ਲਈ ਫਿਰ ਤੁਹਾਡੀ ਜਿਹੜੀ ਸੁਸ਼ਮਨਾ ਨਾੜੀ ਹੈ ਯਾਨੀ ਕਿ ਦੋਵੇਂ ਨਾਸਕਾਵਾਂ ਤੁਹਾਡੀਆਂ ਚੱਲ ਪੈਣਗੀਆਂ ਔਰ ਸੱਜੀ ਨਾਸਕਾ ਵਿੱਚ ਪ੍ਰਾਣ ਵਾਯੂ ਚੱਲ ਕੇ ਖੱਬੀ ਫਿਰ ਕੁਝ ਸਮੇਂ ਲਈ ਬੰਦ ਹੋ ਜਾਏਗੀ। ਤੋ ਇਹ ਸਾਡੇ ਸਰੀਰ ਦੀ ਬਣਤਰ ਹੀ ਪਰਮੇਸ਼ਰ ਨੇ ਢਾਂਚਾ ਹੀ ਐਸਾ ਬਣਾਇਆ ਹੈ। ਪਰ ਇਹ ਨਾੜੀਆਂ ਨੂੰ ਜੇ ਤੁਸੀਂ ਆਪਰੇਸ਼ਨ ਕਰਕੇ ਵੇਖਣਾ ਚਾਹੋਗੇ ਸਰੀਰ 'ਚ ਨਹੀਂ ਮਿਲਣਗੀਆਂ। ਪਰ ਪ੍ਰਾਣਾਯਾਮ ਜਿੰਨੇ ਸਾਡੇ ਪ੍ਰਾਣ ਨੇ ਸਾਡੇ ਸਰੀਰ ਦੇ ਚੱਲ ਰਹੇ, ਸਵਾਸ ਚੱਲ ਰਹੇ ਨੇ, ਉਹ ਪ੍ਰਾਣ ਇਹਨਾਂ ਨਾੜੀਆਂ ਦੁਆਰਾ ਹੀ ਹੁੰਦਿਆਂ ਹੋਇਆਂ ਸਾਰੇ ਸਰੀਰ ਦੀਆਂ ਕੋਸ਼ਿਕਾਵਾਂ ਤੱਕ ਪਹੁੰਚਦੇ ਨੇ। ਜਿਹਨੂੰ ਆਪਾਂ ਆਕਸੀਜਨ ਕਹਿੰਦੇ ਆ ਨਾ, ਸਾਡੇ ਸਰੀਰ ਦੇ ਕਿਸੇ ਪਾਰਟ ਨੂੰ ਆਕਸੀਜਨ ਨਾ ਪਹੁੰਚੇ ਉਹ ਪਾਰਟ ਖਤਮ ਹੋ ਜਾਂਦਾ ਹੈ। ਦਿਮਾਗ ਨੂੰ ਆਕਸੀਜਨ ਨਾ ਪਹੁੰਚੇ ਬੰਦਾ ਕੋਮਾ 'ਚ ਚਲਾ ਜਾਂਦਾ ਹੈ। ਹਾਰਟ ਨੂੰ ਆਕਸੀਜਨ ਨਾ ਪਹੁੰਚੇ ਤੇ ਹਾਰਟ ਪੰਪ ਕਰਨਾ ਬੰਦ ਕਰ ਦਿੰਦਾ ਹੈ। ਸਰੀਰ ਦੇ ਅਗਰ ਕਿਸੇ ਹਿੱਸੇ ਕੋਲ ਪ੍ਰਾਣ ਨਹੀਂ ਪਹੁੰਚਦੇ ਤਾਂ ਸਰੀਰ ਦਾ ਉਹ ਹਿੱਸਾ ਡੈੱਡ ਹੋ ਜਾਂਦਾ, ਖਤਮ ਹੋ ਜਾਂਦਾ ਹੈ। ਉਹ ਜਿਹੜੀਆਂ 72,000 ਨਾੜੀਆਂ ਨੇ ਉਹ ਇਹਨਾਂ ਤਿੰਨਾਂ ਨਾੜੀਆਂ ਦੇ ਵਿੱਚੋਂ ਹੀ ਨਿਕਲਦੀਆਂ ਨੇ ਸਾਰੀਆਂ, ਜਿਹੜੀਆਂ ਸਾਡੇ ਸਾਰੇ ਸਰੀਰ ਦੇ ਵਿੱਚ ਪ੍ਰਾਣ ਵਾਯੂ ਨੂੰ ਕੰਮ ਕਰਕੇ ਚਲਾਉਂਦੀਆਂ ਨੇ। ਔਰ ਉਹ ਪ੍ਰਾਣ 5 ਪ੍ਰਕਾਰ ਦੇ ਮਹਾਂਪੁਰਸ਼ਾਂ ਨੇ ਦੱਸੇ ਨੇ ਜੋ ਸਾਡੇ ਸਰੀਰ ਦੇ ਵੱਖੋ ਵੱਖਰੇ ਹਿੱਸਿਆਂ 'ਚ ਕੰਮ ਕਰਦੇ ਨੇ। ਪਾਨ, ਸਮਾਨ, ਵਿਆਨ, ਉਦਿਆਨ, ਇੱਦਾਂ ਜਿਹੜੀ ਉਹ ਪ੍ਰਾਣ ਵਾਯੂ ਸਰੀਰ 'ਚ ਕੰਮ ਕਰ ਰਹੀ ਹੈ। ਅੱਖਾਂ ਫਰਕਦੀਆਂ ਨੇ ਸਾਡੀਆਂ, ਇੱਥੇ ਵੀ ਜੇ ਪ੍ਰਾਣ ਪਹੁੰਚਦੇ ਨੇ ਤਾਂ ਫਰਕਦੀਆਂ ਨੇ। ਡਕਾਰ ਆਉਂਦਾ ਹੈ, ਛਿੱਕ ਆਉਂਦੀ ਹੈ, ਇੱਥੇ ਵੀ ਇੱਕ ਵਾਯੂ ਕੰਮ ਕਰਦੀ ਹੈ। ਪੇਟ ਦੇ ਵਿੱਚੋਂ ਹਵਾ ਦਾ ਨਿਕਲਣਾ ਜੋ ਹੈ ਉਹ ਵੀ ਉੱਥੇ ਵੀ ਇੱਕ ਪ੍ਰਕਾਰ ਦੀ ਵਾਯੂ ਕੰਮ ਕਰਦੀ ਹੈ। ਸਾਰੇ ਸਰੀਰ ਦੇ ਵਿੱਚ ਜਿਹੜੀ ਵਿਆਪਕ ਹੋਵੇ ਵਾਯੂ ਨੂੰ ਸਮਾਨ ਵਾਯੂ ਕਹਿ ਦਿੰਦੇ ਨੇ। ਇੱਦਾਂ ਇਹ ਪ੍ਰਾਣਾਂ ਦੀ ਪ੍ਰਕਿਰਿਆ ਸਾਡੇ ਸਰੀਰਾਂ ਦੇ ਵਿੱਚ ਚੱਲਦੀ ਹੈ। ਈੜਾ, ਪਿੰਗਲਾ ਤੇ ਸੁਖਮਨਾ, ਇਹ 3 ਨਾੜੀਆਂ ਨੇ। ਅੱਜ ਦੇ ਇਸ ਪਵਿੱਤਰ ਪਾਵਨ ਸ਼ਬਦ ਵਿੱਚ ਜਗਤ ਗੁਰੂ ਬਾਬਾ ਜੀ, ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਹਨਾਂ 3 ਨਾੜੀਆਂ ਦਾ ਜ਼ਿਕਰ ਕਰ ਰਹੇ ਹਨ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਚਰਨ ਕਮਲਾਂ ਨਾਲ ਜੋੜੀਏ। ਇਕਾਗਰਤਾ ਬਣਾਉਣ ਨਿਮਿਤ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਮਾਰੂ ਮਹੱਲਾ ਪਹਿਲਾ। ਸੂਰ ਸਰ ਸੋਸ ਲੈ ਸੋਮ ਸਰ ਭੂਖ ਲੈ। ਜੁਗਤ ਕਰ ਮਰਤ ਸੋ ਸਨ ਬੰਧ ਕੀਜੈ। ਮਾਰੂ ਰਾਗ ਹੈ। ਮਾਰੂ ਰਾਗ ਵਿੱਚ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਹ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਮਹਾਵਾਕ ਉਚਾਰਨ ਕਰ ਰਹੇ ਨੇ। ਸੂਰ ਸਰ, ਸੂਰ ਦਾ ਮਤਲਬ ਹੁੰਦਾ ਸੂਰਜ। ਜਿਹੜੀ ਸੂਰਜ ਦੀ ਨਾੜੀ ਹੈ ਈੜਾ, ਇਹਨੂੰ ਗੰਗਾ ਵੀ ਕਹਿ ਦਿੰਦੇ ਆ। ਜੋ ਪਿੰਗਲਾ ਹੈ ਉਹਨੂੰ ਕਹਿ ਦਿੰਦੇ ਨੇ ਜਮਨਾ। ਔਰ ਇਹਦੇ ਵਿਚਕਾਰ ਜਿਹੜੀ ਸੁਸ਼ਮਨਾ ਨਾੜੀ ਹੈ ਉਹਨੂੰ ਕਹਿ ਦਿੰਦੇ ਨੇ ਸਰਸਵਤੀ। ਇਹ ਤਿੰਨੇ ਹੀ ਨੇ ਸਾਡੇ ਅੰਦਰ। ਤਦੇ ਭਗਤ ਬੈਣੀ ਜੀ ਨੇ ਕਿਹਾ ਨਾ, ਬੈਣੀ ਸੰਗਮ ਤਹਿ ਪਰਾਗ ਮਨ ਮੱਜਨ ਕਰੈ ਤਥਾਈ। ਆਮ ਕਰਕੇ ਇਹ ਤਿੰਨ ਨਦੀਆਂ ਜਿਸ ਜਗ੍ਹਾ ਤੇ ਮਿਲਦੀਆਂ ਨੇ ਉਹਨੂੰ ਪ੍ਰਯਾਗਰਾਜ ਕਹਿੰਦੇ ਨੇ, ਇਲਾਹਾਬਾਦ। ਇਲਾਹਾਬਾਦ ਵਿੱਚ ਤਿੰਨੇ ਨਦੀਆਂ ਮਿਲਦੀਆਂ ਨੇ, ਗੰਗਾ ਜਮਨਾ ਤੇ ਸਰਸਵਤੀ। ਸਰਸਵਤੀ ਜਿਹੜੀ ਹੈ ਉਹ ਅਲੋਪ ਹੈ, ਕਿਉਂਕਿ ਉਹ ਸੂਖਸ਼ਮ ਰੂਪ ਵਿੱਚ ਹੈ, ਉਹ ਨਜ਼ਰ ਨਹੀਂ ਆਉਂਦੀ। ਗੰਗਾ ਜਮਨਾ ਪ੍ਰਤੱਖ ਦਿਸਦੀਆਂ ਨੇ। ਤੇ ਜਿੱਥੇ ਉਹ ਤਿੰਨੇ ਮਿਲਣ ਉਹਨਾਂ ਨੂੰ ਕਹਿੰਦੇ ਨੇ ਪ੍ਰਯਾਗ। ਭਗਤ ਬੇਣੀ ਜੀ ਕਹਿੰਦੇ ਨੇ ਪ੍ਰਯਾਗ ਤਾਂ ਸਾਡੇ ਅੰਦਰ ਲੱਗਾ ਹੋਇਆ। ਇਹ ਜਿਹੜਾ ਬੇਣੀ ਦਾ ਤ੍ਰਿਵੇਣੀ ਦਾ ਸੰਗਮ ਹੈ, ਇਹ ਤ੍ਰਿਵੇਣੀ ਤਾਂ ਸਾਡੇ ਅੰਦਰ ਮਿਲੀ ਹੋਈ ਹੈ। ਜਿਹੜਾ ਪਿੰਗਲਾ ਤੇ ਸੁਖਮਨਾ ਤਿੰਨੇ ਜਿਹੜੀਆਂ ਮਿਲ ਕੇ ਚੱਲ ਰਹੀਆਂ ਨੇ, ਇਹ ਸਾਡੀ ਤ੍ਰਿਵੇਣੀ ਹੈ। ਮੇਰਾ ਮਨ ਤਾਂ ਉੱਥੇ ਇਸ਼ਨਾਨ ਕਰਦਾ, ਭਗਤ ਬੈਣੀ ਜੀ ਕਹਿੰਦੇ। ਮੈਨੂੰ ਇਲਾਹਾਬਾਦ ਜਾਣ ਦੀ ਲੋੜ ਨਹੀਂ ਪੈਂਦੀ, ਉੱਥੇ ਜਾ ਕੇ ਕੁੰਭ ਦੀ ਉਡੀਕ ਨਹੀਂ ਕਰਨੀ ਪੈਂਦੀ, ਜਾਂ ਉੱਥੇ ਕੋਈ ਮਕਰ ਸੰਕ੍ਰਾਂਤੀ ਦੇ ਦਿਨ ਦੀ ਉਡੀਕ ਨਹੀਂ ਕਰਨੀ ਪੈਂਦੀ ਕਿ ਉੱਥੇ ਜਾ ਕੇ ਇਲਾਹਾਬਾਦ ਇਸ਼ਨਾਨ ਕਰਾਂਗੇ। ਕਹਿੰਦੇ ਮੇਰੇ ਅੰਦਰ ਹੀ ਇਹ ਤ੍ਰਿਵੇਣੀ ਚੱਲ ਰਹੀ ਹੈ, ਔਰ ਉਸ ਤ੍ਰਿਵੇਣੀ ਵਿੱਚ ਮੈਂ ਇਸ਼ਨਾਨ ਕਰ ਰਿਹਾ। ਬੇਣੀ ਸੰਗਮ ਤਹਿ ਪਰਾਗ ਮਨ ਮੱਜਨ ਕਰੈ ਤਥਾਈ। ਮੇਰਾ ਮਨ ਉੱਥੇ ਇਸ਼ਨਾਨ ਕਰਦਾ। ਈੜਾ ਜਿਸ ਦੁਆਰਾ ਅਸੀਂ ਸਵਾਸ ਖਿੱਚਦੇ ਹਾਂ, ਸੂਰ ਸਰ ਸੋਸ ਲੈ। ਮਹਾਰਾਜ ਜੀ ਕਹਿੰਦੇ ਜਿਹੜੀ ਈੜਾ ਹੈ ਇਹਦੇ ਦੁਆਰਾ ਪਹਿਲਾਂ ਪ੍ਰਾਣਾਯਾਮ ਕਰਦੇ ਜਿਹੜੇ ਯੋਗੀ ਲੋਕ, ਉਹ ਸਵਾਸ ਉੱਪਰ ਨੂੰ ਖਿੱਚਦੇ। ਜਦੋਂ ਉੱਪਰ ਨੂੰ ਖਿੱਚਣਾ ਉਹਨੂੰ ਕਹਿੰਦੇ ਨੇ ਪੂਰਕ। ਰੇਚਕ, ਪੂਰਕ, ਕੁੰਭਕ ਕਰਮਾਤਾ। ਗੁਰਬਾਣੀ ਵਿੱਚ ਇਹ ਬਚਨ ਨੇ ਸਾਰੇ। ਆਪਾਂ ਜੋ ਗੁਰਬਾਣੀ ਕਹਿ ਰਹੀ ਹੈ ਉਹਦੀ ਵਿਚਾਰ ਕਰ ਰਹੇ ਹਾਂ। ਯੋਗ ਕੀ ਕਹਿੰਦਾ, ਪਤੰਜਲੀ ਕੀ ਕਹਿੰਦਾ, ਉਹ ਵੱਖਰਾ ਵਿਸ਼ਾ ਹੈ। ਵਸ਼ਿਸ਼ਟ ਜੀ ਕੀ ਕਹਿੰਦੇ ਨੇ ਯੋਗ ਦੇ ਸੰਬੰਧ ਵਿੱਚ, ਵਿਸ਼ਿਸ਼ਟ ਯੋਗ ਵਿੱਚ, ਉਹ ਵੱਖਰਾ ਵਿਸ਼ਾ ਹੈ। ਗੁਰਬਾਣੀ ਵਿੱਚ ਜਿਤਨਾ ਕਾ ਸਤਿਗੁਰਾਂ ਨੇ ਮੋਟਾ ਮੋਟਾ ਸਾਨੂੰ ਦੱਸਿਆ, ਜਾਣਕਾਰੀ ਦਿੱਤੀ ਹੈ, ਉਹਦੀ ਵਿਚਾਰ ਕਰੀਏ। ਖੱਬੀ ਨਾਸਿਕਾ ਦੁਆਰਾ ਜਦੋਂ ਅਸੀਂ ਪ੍ਰਾਣ ਖਿੱਚਦੇ ਹਾਂ, ਆਮ ਕਰਕੇ ਯੋਗ ਦੇ ਵਿੱਚ ਇਦਾਂ ਕੀਤਾ ਜਾਂਦਾ ਸੀ ਕਿ ਮੰਤਰ ਉਚਾਰਨ ਕਰਦੇ। ਮੰਤਰ ਨੂੰ ਜਦੋਂ 16 ਮਾਤਰਾ ਕਰਕੇ ਨਾਸਿਕਾ ਦੁਆਰਾ ਉੱਪਰ ਖਿੱਚਣਾ, ਇੱਕ ਓੰਕਾਰ 16 ਮਾਤਰਾਵਾਂ ਚ ਇਹਨੂੰ ਵੰਡ ਕੇ ਖੱਬੀ ਨਾਸਿਕਾ ਦੁਆਰਾ ਉੱਪਰ ਖਿੱਚ ਕੇ ਲੈ ਜਾਣਾ। ਫਿਰ 16 ਵਾਰੀ ਉੱਪਰ ਨੂੰ ਖਿੱਚਣਾ 16 ਮਾਤਰਾ ਚ ਕਰਕੇ। ਫਿਰ ਉਹਨੂੰ ਦਸਮ ਦੁਆਰ ਵਿੱਚ ਜਿਹੜੀ ਸੁਸ਼ਮਨਾ ਹੈ ਉਹਦੇ ਚ ਉਹਨੂੰ ਟਿਕਾਣਾ। ਉਹਨੂੰ 32 ਮਾਤਰਾ ਦੇ ਵਿੱਚ ਦੁੱਗਣਾ ਕਰਕੇ ਟਿਕਾਣਾ। ਫਿਰ ਰੇਚਕ, ਰੇਚਕ ਕਹਿੰਦੇ ਨੇ ਸੱਜੀ ਨਾਸਿਕਾ ਦੁਆਰਾ ਉਹਨਾਂ ਪ੍ਰਾਣਾਂ ਨੂੰ ਤਿਆਗ ਦੇਣਾ 16 ਮਾਤਰਾਵਾਂ ਵਿੱਚ, ਔਰ ਉਹਦੀ ਪ੍ਰਕਿਰਿਆ ਵਧਾਉਂਦੇ ਚਲੇ ਜਾਣਾ। ਪਹਿਲਾਂ 16 ਵਾਰੀ, ਫਿਰ 32 ਵੇਰੀ, ਫਿਰ 64 ਵੇਰੀ, ਇੱਦਾਂ ਫਿਰ ਅੱਗੇ ਤੋਂ ਅੱਗੇ ਕਰਕੇ ਪ੍ਰਾਣ ਵੱਧ ਤੋਂ ਵੱਧ ਟਿਕਾਣ ਦੀ ਬਿਰਤੀ। ਫਿਰ ਇਤਨਾ ਸਮੇਂ ਤੱਕ ਵੀ ਪ੍ਰਾਣ ਟਿਕਾ ਲੈਂਦੇ, ਵੀ ਮਹੀਨਿਆਂ ਬੱਧੀ ਸਵਾਸ ਟਿਕੇ ਰਹਿੰਦੇ, ਸਾਲਾਂ ਬੱਧੀ ਵੀ ਟਿਕੇ ਰਹਿੰਦੇ ਸੀ ਯੋਗੀਆਂ ਦੇ। ਇੱਕ ਸੰਤੋਖਾ ਯੋਗੀ
ਜਦੋਂ ਸੰਤੋਖਸਰ ਸਰੋਵਰ ਦੀ ਕਾਰ ਸੇਵਾ ਕਰਾ ਰਹੇ ਸੀ ਗੁਰੂ ਅਰਜਨ ਦੇਵ ਸਾਹਿਬ, ਤਾਂ ਉਸ ਸਰੋਵਰ ਦੇ ਵਿੱਚੋਂ ਥੱਲਿਓਂ ਇੱਕ ਮੱਠ ਨਿਕਲਿਆ ਖੁਦਾਈ 'ਚ, ਉਹਦੇ 'ਚ ਯੋਗੀ ਬੈਠਾ ਸੀ। ਬਾਹਰ ਕੱਢਿਆ, ਸਰੀਰ ਉਹਦਾ ਕੰਕਾਲ ਹੋਇਆ ਹੋਇਆ, ਹੱਥ ਪੈਰ ਝਸੇ, ਸਮਾਧੀ ਤੋਂ ਬਾਹਰ ਆਇਆ। ਕਹਿਣ ਲੱਗਾ, ਮੈਨੂੰ ਕਈ ਸੈਂਕੜੇ ਸਾਲ ਹੋ ਗਏ ਨੇ ਬੈਠਿਆਂ, ਸਵਾਸ ਦਸਮ ਦੁਆਰ 'ਚ ਟਿਕਾਏ ਹੋਏ ਸੀ। ਮੇਰੇ ਗੁਰੂ ਨੇ ਮੈਨੂੰ ਕਿਹਾ ਸੀ ਕਿ ਜਦੋਂ ਗੁਰੂ ਨਾਨਕ ਦੇ ਪੰਜਵੇਂ ਰੂਪ ਗੁਰੂ ਅਰਜਨ ਦੇਵ ਸਾਹਿਬ ਗੁਰਤਾ ਗੱਦੀ ਤੇ ਬੈਠਣਗੇ, ਉਹ ਤੇਰੀ ਕਲਿਆਣ ਕਰਨਗੇ। ਯਾਨੀ ਕਿ ਇਤਨੀ ਲੰਮੀ ਯੋਗ ਦੀ ਸਾਧਨਾ ਨੂੰ ਮੁਕਤ ਨਹੀਂ ਕਰ ਸਕੀ, ਉਸ ਨੂੰ ਮੁਕਤ ਕੀਤਾ ਗੁਰੂ ਬਾਬਾ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਨੇ, ਕਿਉਂਕਿ ਗੁਰੂ ਬਿਨਾਂ ਮੁਕਤੀ ਨਹੀਂ ਹੈ। ਇਹ ਜਿਹੜੀਆਂ ਪ੍ਰਕਿਰਿਆਵਾਂ ਨੇ ਯੋਗ ਦੀਆਂ, ਕੁਝ ਕਠਿਨ ਹੁੰਦੀਆਂ ਨੇ। ਜਿਹੜੇ ਆਪਣੀ ਮਰਜ਼ੀ ਨਾਲ ਕਰਨ ਲੱਗ ਪੈਣ ਤੇ ਫਿਰ ਉਹ ਆਪਣਾ ਨੁਕਸਾਨ ਵੀ ਕਰਾ ਲੈਂਦੇ ਆ। ਜਦੋਂ ਦਸਮ ਦੁਆਰ ਦੇ ਵਿੱਚ ਉਹ ਸਵਾਸਾਂ ਨੂੰ ਵੱਧ ਸਮਾਂ ਟਿਕਾਉਣ ਦਾ ਯਤਨ ਕਰਦੇ ਤੇ ਕੁਝ ਦਿਮਾਗ ਦੀਆਂ ਨਾੜੀਆਂ ਤੱਕ ਵੀ ਫਟਣ ਦੀ ਸੰਭਾਵਨਾ ਹੁੰਦੀ ਹੈ, ਖਤਰਾ ਹੋ ਜਾਂਦਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਨੇ ਸਾਨੂੰ ਬੜਾ ਸਹਿਜ ਯੋਗ ਦਿੱਤਾ ਹੈ, ਹੱਠ ਯੋਗ ਨਹੀਂ ਦਿੱਤਾ, ਸਹਿਜ ਯੋਗ। ਸੁੱਤੇ ਸਿੱਧ ਤੁਸੀਂ ਨੇਤਰਾਂ ਦੁਆਰਾ ਆਪਣੇ ਧਿਆਨ ਨੂੰ ਪ੍ਰਬੱਟਿਆਂ ਦੇ ਵਿਚਕਾਰ ਕੇਂਦਰਿਤ ਕਰਨਾ ਹੈ ਔਰ ਨਾਸਿਕਾ ਵਿੱਚੋਂ ਚੱਲ ਰਹੇ ਸਵਾਸਾਂ ਦਾ ਖਿਆਲ ਰੱਖਦਿਆਂ, ਸਵਾਸ ਅੰਦਰ ਜਾਵਣ ਤਾਂ ਵਾਹੇ, ਸਵਾਸ ਬਾਹਰ ਆਵਣ ਤਾਂ ਗੁਰੂ, ਇਸੇ ਚਿੰਤਨ ਦੇ ਵਿੱਚ ਸਮਾਂ ਬਤੀਤ ਕਰਦਿਆਂ ਜਿਹੜੀ ਸੁਸ਼ਮਨਾ ਨਾੜੀ ਹੈ ਫਿਰ ਉਹ ਐਕਟਿਵ ਹੋ ਜਾਂਦੀ ਹੈ, ਉਹ ਜਾਗਰਤ ਹੋ ਜਾਂਦੀ ਹੈ। ਜਦੋਂ ਸੁਸ਼ਮਨਾ ਨਾੜੀ ਜਾਗਰਤ ਹੋ ਜਾਏਗੀ, ਉਦੋਂ ਤੁਹਾਡੀਆਂ ਦੋਨਾਂ ਨਾਸਿਕਾਵਾਂ ਵਿੱਚੋਂ ਸਵਾਸਾਂ ਦੀ ਪ੍ਰਕਿਰਿਆ ਚੱਲੇਗੀ ਔਰ ਜਿਹੜੀ ਕੁੰਡਲਨੀ ਸੁੱਤੀ ਹੋਈ ਹੈ, ਉਹ ਕੁੰਡਲਨੀ ਸੁੱਤੀ ਹੋਈ ਜਾਗਣੀ ਸ਼ੁਰੂ ਹੋ ਜਾਂਦੀ ਹੈ। ਫਿਰ ਅੰਦਰ ਆਪਣੇ ਆਪ ਹੀ ਪ੍ਰਭੂ ਪਰਮੇਸ਼ਰ ਦੀ ਕਿਰਪਾ ਦੁਆਰਾ ਇਹ ਸਾਰੀਆਂ ਸੱਤਾ ਸਪੁਰਥਾਵਾਂ ਸ਼ਕਤੀਆਂ ਜਿਹੜੀਆਂ ਹਨ, ਇਹ ਕਾਇਆ ਦੇ ਅੰਦਰ ਹੀ ਉਤਪੰਨ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਤੋ ਗੁਰੂ ਖਾਲਸਾ ਜੀ, ਇਹਦੇ ਲਈ ਸਾਧਨਾ ਦੀ ਜ਼ਰੂਰਤ ਪੈਂਦੀ ਹੈ, ਸਵਾਸ ਸਵਾਸ ਸਿਮਰਨ ਦੀ ਜ਼ਰੂਰਤ ਪੈਂਦੀ ਹੈ, ਜਿਹਦੇ ਨਾਲ ਸੁਸ਼ਮਨਾ ਜਾਗ ਪਵੇ। ਜਦੋਂ ਸੁਸ਼ਮਨਾ ਨਾੜੀ ਜਾਗ ਪੈਂਦੀ ਹੈ, ਉਦੋਂ ਵਾਕ ਸੱਤਿਆ ਆ ਜਾਂਦੀ ਹੈ। ਜਦੋਂ ਸੁਸ਼ਮਨਾ ਨਾੜੀ ਜਾਗ ਪਵੇ, ਉਦੋਂ ਵਾਕ ਸੱਤਿਆ ਆ ਜਾਂਦੀ। ਜੋ ਤੁਸੀਂ ਰਸਨਾ ਤੋਂ ਕਹੋਗੇ ਪੂਰਾ ਹੋ ਜਾਏਗਾ। ਜਿਹੜਾ ਬਚਨ ਰਸਨਾ ਤੋਂ ਉਚਾਰਨ ਕਰੋਗੇ ਉਹ ਪੂਰਾ ਹੋਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਸੁਸ਼ਮਨਾ ਜਾਗਦੀ ਹੈ। ਇਹ ਸੂਖਮ ਭੇਦ ਨੇ, ਅੱਜ ਗੁਰੂ ਸਾਹਿਬ ਜੀ ਨੇ ਸੁਰਤ ਬਖਸ਼ੀ ਹੈ, ਤੁਹਾਡੇ ਨਾਲ ਸਾਂਝਿਆ ਕਰ ਰਹੇ ਹਾਂ। ਬਹੁਤ ਸਾਰੇ ਬਚਨ ਜਿਹੜੇ ਨੇ ਅਨੁਭਵ ਵਿੱਚ ਹੀ ਆਉਂਦੇ ਨੇ, ਕਹਿਣ ਕਥਨ ਕਰਕੇ ਕੇਵਲ ਸੁਣੇ ਜਾ ਸਕਦੇ ਨੇ, ਬੋਲੇ ਜਾ ਸਕਦੇ ਨੇ, ਪਰ ਜਾਣਨੇ ਵਾਸਤੇ ਉਹਨਾਂ ਦੀ ਸਾਧਨਾ ਕਰਨੀ ਪੈਂਦੀ ਹੈ, ਕਮਾਈ ਕਰਨੀ ਪੈਂਦੀ ਹੈ। ਜਦੋਂ ਸੁਸ਼ਮਨਾ ਨਾੜੀ ਜਾਗਰਤ ਹੁੰਦੀ ਹੈ, ਉਸ ਵਕਤ ਗੁਰੂ ਖਾਲਸਾ ਜੀ ਵਾਕ ਸੱਤਿਆ ਸੁਤੇ ਸਿੱਧ ਹੋ ਜਾਂਦੀ ਹੈ। ਜਿਹੜਾ ਬਚਨ ਤੁਸੀਂ ਰਸਨਾ ਤੋਂ ਕਰੋਗੇ ਉਹ ਪੂਰਾ ਹੋਣਾ ਸ਼ੁਰੂ ਹੋ ਜਾਂਦਾ ਹੈ। ਅਕਸਰ ਕਈ ਸੱਜਣ, ਇੱਕ ਸੱਜਣ ਮੈਨੂੰ ਐਸੇ ਮਿਲੇ, ਉਹ ਕਹਿੰਦੇ ਮੈਂ ਜੋ ਬੋਲਦਾ ਹਾਂ ਉਹ ਪੂਰਾ ਹੋ ਜਾਂਦਾ ਹੈ, ਪਰ ਇਹ ਅਵਸਥਾ ਮੇਰੀ ਕੁਝ ਸਮੇਂ ਤੱਕ ਰਹੀ, ਮਹੀਨਾ 2 ਮਹੀਨਾ 6 ਮਹੀਨੇ, ਮੁੜ ਕੇ ਚਲੀ ਗਈ। ਕਾਰਨ ਕੀ ਸੀ? ਜਿੰਨੀ ਕੁ ਸ਼ਕਤੀ ਸੀ ਉਨੀ ਕੁ ਖਾ ਲਈ, ਉਸ ਤੋਂ ਅੱਗੇ ਚੱਲੇ ਨਹੀਂ, ਤੇ ਨਾ ਚੱਲਣ ਕਰਕੇ ਉੱਥੇ ਹੀ ਥੰਮ ਗਏ, ਉੱਥੇ ਹੀ ਰੁਕ ਗਏ। ਜਿਹੜੇ ਆਪਣੀ ਵਾਕ ਸੱਤਿਆ ਉੱਤੇ ਕਾਬੂ ਕਰ ਲੈਂਦੇ ਹਨ, ਬਚਨ ਕਰਨ ਤੇ ਕੰਟਰੋਲ ਕਰ ਲੈਂਦੇ ਹਨ, ਆਪਣੀ ਇਸ ਊਰਜਾ ਨੂੰ, ਆਪਣੀ ਇਸ ਸ਼ਕਤੀ ਨੂੰ ਆਪਣੀ ਜ਼ੁਬਾਨ ਦੁਆਰਾ ਵਹਿਣ ਤੋਂ ਰੋਕ ਲੈਂਦੇ ਹਨ, ਫਿਰ ਉਹ ਹੋਰ ਅੱਗੇ ਨੂੰ ਵੱਧ ਜਾਂਦੇ ਨੇ, ਹੋਰ ਅੱਗੇ ਨੂੰ ਚੱਲ ਪੈਂਦੇ ਨੇ। ਰਿੱਧੀਆਂ ਸਿੱਧੀਆਂ ਅਜਮਤਾਂ ਸੁੱਤੇ ਸਿੱਧੀ ਫੁਰਨ ਲੱਗ ਪੈਂਦੀਆਂ ਨੇ, ਪਰ ਗੁਰ ਸਿੱਖ ਇਹਨਾਂ ਰਿੱਧੀਆਂ ਸਿੱਧੀਆਂ ਨੂੰ ਅਵਰਾ ਸਾਧ ਜਾਣ ਕੇ ਤਿਆਗਦਾ ਹੋਇਆ ਅੰਮ੍ਰਿਤ ਰਸ ਦਾ ਵਿਲਾਖੀ ਹੋ ਕੇ ਅੰਮ੍ਰਿਤ ਰਸ ਦੀਆਂ ਘੁੱਟਾਂ ਨੂੰ ਆਪਣੇ ਸਵੈ ਅੰਤਰਾਤਮੇ ਪੁੰਛਦਾ ਹੈ। ਉਹ ਇੱਥੇ ਗਰੀਬ ਨਵਾਜ ਸਾਹਿਬ ਕਹਿੰਦੇ ਆ, ਸੂਰ ਦੀ ਜਿਹੜੀ ਸੂਰਜ ਦੀ ਨਾੜੀ ਹੈ ਏੜਾ, ਇਹਦੇ ਦੁਆਰਾ ਭਾਈ ਪਹਿਲਾਂ ਪ੍ਰਾਣਾਂ ਨੂੰ ਖਿੱਚੋ, ਸਵਾਸਾਂ ਨੂੰ ਸੋਸ ਲੈ ਦਾ ਮਤਲਬ ਹੁੰਦਾ, ਸੋਸ ਨਾਮ ਹੁੰਦਾ ਸੁਸ਼ਮਨਾ ਦਾ, ਸੁਸ਼ਮਨਾ ਦੇ ਵਿੱਚ ਇਹਨੂੰ ਟਿਕਾਓ, ਸੋਮ ਸਰ ਪੋਖ ਲੈ। ਫਿਰ ਦੂਸਰੀ ਨਾੜੀ ਹੈ ਚੰਦਰਮਾ ਦੀ, ਸੋਮ ਕਹਿੰਦੇ ਨੇ ਚੰਦਰਮਾ ਨੂੰ, ਸੋਮਵਾਰ ਚੰਦਰਮਾ ਦਾ ਵਾਰ,
ਸੋਮ ਨਾਮ ਚੰਦਰਮਾ ਦਾ ਹੈ। ਤੋ ਚੰਦਰਮਾ ਦੀ ਜਿਹੜੀ ਨਾੜੀ ਹੈ ਪਿੰਗਲਾ, ਸੱਜੀ ਨਾੜੀ ਜਿਹਨੂੰ ਆਪਾਂ ਨਾਸਕਾ ਦੀ ਕਹਿੰਦੇ ਆ, ਕਹਿੰਦੇ ਇਹਦੇ ਦੁਆਰਾ ਫਿਰ ਸਵਾਸਾਂ ਨੂੰ ਤਿਆਗੋ, ਜੁਗਤ ਕਰ, ਇਸ ਜੁਗਤੀ ਦੇ ਨਾਲ ਜੁਗਤ ਨੂੰ ਕਰਕੇ ਮਰਤ ਸੋ ਸੰਬੰਧ ਕੀਜੈ। ਕਹਿੰਦੇ ਭਾਈ ਇਦਾਂ ਦਾ ਸੰਬੰਧ ਬਣਾਓ, ਇਦਾਂ ਦਾ ਸੰਬੰਧ ਬਣਾ ਕੇ ਜਦੋਂ ਈੜਾ ਦੁਆਰਾ ਸਵਾਸਾਂ ਨੂੰ ਖਿੱਚੋਗੇ, ਸੁਸ਼ਮਨਾ ਦੁਆਰਾ ਸਵਾਸਾਂ ਨੂੰ ਟਿਕਾਓਗੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਫਿਰ ਪਿੰਗਲਾ ਦੁਆਰਾ ਸਵਾਸਾਂ ਨੂੰ ਤਿਆਗੋਗੇ, ਇਸ ਜੁਗਤੀ ਦੇ ਨਾਲ ਜਦੋਂ ਚੱਲੋਗੇ। ਮੀਨ ਕੀ ਚਪਲ ਸਿਉ ਜੁਗਤ ਮਨ ਰਾਖੀਐ, ਉਡਨ ਹੈ ਹੰਸ ਨਹਿ ਕੰਧ ਛੀਜੈ। ਕਹਿੰਦੇ ਮੱਛੀ ਵਾਂਗੂ ਜਿਹੜਾ ਚਪਲ ਚੰਚਲ ਮਨ ਹੈ, ਮੀਨ ਕੀ ਚਪਲ ਸਿਉ, ਮੱਛੀ ਬੜੀ ਚੰਚਲ ਹੁੰਦੀ, ਟਿਕਦੀ ਨਹੀਂ ਨਾ ਪਾਣੀ ਵਿੱਚ। ਨਾਸਕਾ ਖੱਬੀ ਦੁਆਰਾ ਸਵਾਸ ਖਿੱਚਣੇ ਆ, ਵਾਹਿਗੁਰੂ 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 ਕਰਦਿਆਂ, ਫਿਰ ਸੁਰਤ ਨੂੰ ਟਿਕਾਉਣਾ ਹੈ ਦਸਮ ਦੁਆਰ ਵਿੱਚ ਵਾਹਿਗੁਰੂ, ਫਿਰ ਸੱਜੀ ਦੁਆਰਾ ਨਾਸਕਾ ਦੁਆਰਾ ਵਾਹਿਗੁਰੂ ਵਾਹਿਗੁਰੂ ਕਰਦੇ ਹੀ ਸਵਾਸ ਤਿਆਗਣਾ। ਇਦਾਂ ਇਹ ਪ੍ਰਕਿਰਿਆ ਚੱਲਦੀ ਰਹੇ, ਸੱਜੀ ਤੋਂ ਖੱਬੀ, ਖੱਬੀ ਤੋਂ ਸੱਜੀ, ਇਦਾਂ ਕਹਿੰਦੇ ਕਰਨ ਨਾਲ ਇਹ ਵੀ ਇੱਕ ਸਾਧਨਾ ਹੈ। ਇਸ ਸਾਧਨਾ ਕਰਨ ਨਾਲ ਮਹਾਰਾਜ ਜੀ ਕਹਿੰਦੇ ਜਿਹੜਾ ਮੱਛੀ ਵਾਂਗੂ ਚੰਚਲ ਮਨ ਹੈ, ਮੀਨ ਕੀ ਚਪਲ ਸਿਉ, ਮੱਛੀ ਵਾਂਗੂ, ਮੀਨ ਨਾਮ ਹੁੰਦਾ ਮੱਛੀ ਦਾ, ਮੱਛੀ ਬੜੀ ਚੰਚਲ ਹੈ, ਪਾਣੀ ਵਿੱਚ ਕਦੇ ਇੱਕ ਜਗ੍ਹਾ ਤੇ ਨਹੀਂ ਟਿਕਦੀ, ਉਹ ਖੜਦੀ ਨਹੀਂ ਹੈ। ਛੋਟੇ ਜਿਹੇ ਟੈਂਕ ਵਿੱਚ ਵੀ ਤੁਸੀਂ ਉਹਨੂੰ ਪਾ ਕੇ ਰੱਖੋਗੇ ਨਾ, ਛੋਟੇ ਜਿਹੇ ਡੱਬੇ ਵਿੱਚ ਵੀ ਪਾ ਕੇ ਰੱਖੋ, ਉਹ ਟਿਕਦੀ ਨਹੀਂ, ਉਹਦੇ ਸੱਜੇ ਖੱਬੇ ਭੱਜੀ ਰਹਿਣਾ, ਉਹਦਾ ਸੁਭਾਅ ਹੈ ਚੰਚਲ। ਮਨ ਜਿਹੜਾ ਇਹ ਵੀ ਮੱਛੀ ਵਾਂਗੂ ਚੰਚਲ ਹੈ, ਟਿਕਦਾ ਨਹੀਂ ਹੈ, ਸੱਜੇ ਖੱਬੇ ਨੱਠਦਾ ਭੱਜਦਾ, ਕਈ ਫੁਰਨੇ ਕਰਦਾ, ਕਈ ਸੰਕਲਪ ਵਿਕਲਪ ਕਰਦਾ, ਕਦੇ ਕੁਝ ਸੋਚਦਾ, ਕਦੇ ਕੁਝ ਸੋਚਦਾ, ਕਦੇ ਕੋਈ ਫੁਰਨਾ ਕਰਦਾ, ਕਦੇ ਇਹ ਟਿਕਦਾ ਤਾਂ ਹੈ ਨਹੀਂ ਮਨ। ਆਪਾਂ ਇੱਥੇ ਬੈਠੇ ਆ, ਇੱਥੇ ਕਿਹੜਾ ਬੈਠਿਆਂ ਟਿਕਿਆ ਹੋਣਾ, ਕਿਸੇ ਦਾ ਕਥਾ ਵਿੱਚ ਮਨ ਲੱਗਾ ਹੋਵੇਗਾ, ਕਿਸੇ ਦਾ ਸੱਜੇ ਖੱਬੇ ਵੀ ਭੱਜਦਾ ਹੋਵੇਗਾ। ਇਹ ਮਨ ਹੈ ਨਾ, ਇਹ ਹਵਾ ਤੋਂ ਬਣਿਆ, ਪਵਨ ਤੋਂ, ਤੇ ਪਵਨ ਤੋਂ ਬਣਿਆ ਹੋਣ ਕਰਕੇ ਟਿਕਦਾ ਨਹੀਂ। ਪਵਨ ਤੇ ਅਗਨੀ ਦੇ ਸੁਮੇਲ ਤੋਂ ਮਨ ਬਣਿਆ। ਮਨ ਦਾ ਜਿਹੜਾ ਮਟੀਰੀਅਲ ਹੈ, ਜਿੱਥੋਂ ਇਹ ਪੈਦਾ ਹੋਇਆ ਹੈ, ਇਹਦਾ ਮਟੀਰੀਅਲ ਹੈ ਪਵਨ ਤੇ ਅਗਨੀ, ਦੋਨਾਂ ਦੇ ਸੁਮੇਲ ਤੋਂ ਮਨ ਬਣਿਆ। ਨਾ ਅਗਨੀ ਟਿਕਦੀ ਹੈ ਤੇ ਨਾ ਪਵਨ ਟਿਕਦੀ ਹੈ। ਹੁਣ ਪਵਨ ਦੀ ਸਾਧਨਾ ਨਾਲ ਹੀ ਵਾਹਿਗੁਰੂ 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 ਕਰਦਿਆਂ ਇਸ ਮਨ ਨੂੰ ਟਿਕਾਇਆ ਜਾਂਦਾ। ਚੰਚਲ ਮਨ, ਮਹਾਰਾਜ ਜੀ ਕਹਿੰਦੇ ਜਿਹੜਾ ਮੱਛੀ ਵਾਂਗੂ ਚੰਚਲ ਹੈ, ਇਹਨੂੰ ਫਿਰ ਰੋਕ ਲਈਦਾ। ਮੀਨ ਕੀ ਚਪਲ ਸਿਉ ਜੁਗਤ ਮਨ ਰਾਖੀਐ। ਇਸ ਜੁਗਤੀ ਨਾਲ ਜਦੋਂ ਇਸ ਮਨ ਨੂੰ ਟਿਕਾ ਰੱਖੀਏ, ਇੱਕ ਜਗ੍ਹਾ ਤੇ ਟਿਕਾ ਲਈਏ, ਕੇਂਦਰਿਤ ਕਰ ਲਈਏ, ਉਡੈਨ ਹੈ ਹੰਸ, ਹੰਸ ਨਾਮ ਹੈ ਇੱਥੇ ਮਨ ਦਾ। ਕਹਿੰਦੇ ਜਦੋਂ ਇਹ ਟਿਕ ਜਾਂਦਾ ਫਿਰ ਉੱਡਦਾ ਨਹੀਂ ਹੈ, ਫਿਰ ਇਹ ਭੱਜਦਾ ਨਹੀਂ ਹੈ। ਨਹਿ ਕੰਧ ਛੀਜੈ, ਜਦੋਂ ਇਹ ਉੱਡਦਾ ਭੱਜਦਾ ਨਹੀਂ, ਫਿਰ ਆ ਜਿਹੜੀ ਕੰਧ ਹੈ ਸਰੀਰ, ਇਹ ਵੀ ਖੁਆਰ ਨਹੀਂ ਹੁੰਦਾ, ਇਹ ਛਿਜਦਾ ਨਹੀਂ। ਜਿਹੜੇ ਮਨ ਤੇ ਕਾਬੂ ਕਰ ਲੈਂਦੇ ਨੇ ਉਹਨਾਂ ਦੇ ਸਰੀਰ ਵੀ ਬਲੀ ਹੋ ਜਾਂਦੇ ਆ। ਜਿਨ੍ਹਾਂ ਦਾ ਮਨ ਕਮਜ਼ੋਰ ਹੋਵੇ ਉਹਨਾਂ ਦੇ ਸਰੀਰ ਵੀ ਕਮਜ਼ੋਰ ਹੁੰਦੇ ਆ। ਡਾਕਟਰ ਅਕਸਰ ਬਿਮਾਰ ਨੂੰ ਇਹੀ ਕਹਿੰਦੇ ਹੋ ਮਨ ਤਗੜਾ ਕਰ ਠੀਕ ਹੋ ਜਾਏਗਾ। ਕਿਉਂ ਕਹਿੰਦੇ ਆ? ਕਿਉਂਕਿ ਜੇ ਮਨ ਤਗੜਾ ਨਹੀਂ ਤੇ ਸਰੀਰ ਤਗੜਾ ਨਹੀਂ ਹੋਣਾ। ਜੇ ਮਨ ਕਮਜ਼ੋਰ ਹੈ ਤਾਂ ਸਰੀਰ ਸੁੱਤੇ ਸਿੱਧੀ ਜੀਰਨ ਹੋਵੇਗਾ, ਕਮਜ਼ੋਰ ਹੋਵੇਗਾ। ਇਸ ਕਰਕੇ ਕਹਿੰਦੇ ਆ ਮਨ ਨੂੰ ਵੀ ਭਾਈ ਜਦੋਂ ਕੋਈ ਕਾਬੂ ਕਰ ਲੈਂਦਾ ਫਿਰ ਉਹਦੀ ਕਾਇਆ ਵੀ ਬਲੀ ਹੋ ਜਾਂਦੀ। ਉਹਦਾ ਜਿਹੜਾ ਤਨ ਹੈ ਉਹ ਛਿਜਦਾ ਨਹੀਂ ਵਿਕਾਰਾਂ ਵਿੱਚ, ਕਿਉਂਕਿ ਵਿਕਾਰ ਜਿਹੜੇ ਨੇ ਉਹ ਸਰੀਰ ਨੂੰ ਖੁਆਰ ਕਰਦੇ ਨੇ। ਚਿੰਤਾ ਸਰੀਰ ਦਾ ਨੁਕਸਾਨ ਕਰਦੀ ਹੈ। ਕਿਸੇ ਪ੍ਰਕਾਰ ਦੀ ਚਿੰਤਾ ਹੋਵੇ, ਸਾਨੂੰ ਕਿਸੇ ਤਰ੍ਹਾਂ ਦਾ ਫਿਕਰ ਹੋਵੇ, ਸਰੀਰ ਤੇ ਅਸਰ ਹੁੰਦਾ ਕਿ ਨਹੀਂ ਹੁੰਦਾ? ਚਿੰਤਾ ਹੋਵੇ ਸ਼ੂਗਰ ਵੱਧ ਜਾਂਦੀ ਹੈ ਆਪਣੇ ਆਪ, ਚਿੰਤਾ ਹੋਵੇ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ ਆਪਣੇ ਆਪ, ਚਿੰਤਾ ਹੋਵੇ ਪੇਟ ਦੀਆਂ ਬਿਮਾਰੀਆਂ ਪੈਦਾ ਹੋ ਜਾਂਦੀਆਂ। ਅਕਸਰ ਪੇਟ ਦੇ ਜਿਹੜੇ ਡਾਕਟਰ ਨੇ
ਉਹ ਜਦੋਂ ਤੁਹਾਨੂੰ ਦਵਾਈ ਦਿੰਦੇ ਆ ਕਿਸੇ ਪੇਟ ਦੀ ਗੜਬੜ ਦੀ, ਉਹ ਇੱਕ ਗੋਲੀ ਤੁਹਾਨੂੰ ਐਸੀ ਵੀ ਦੇਣਗੇ ਜਿਹੜੀ ਦਿਮਾਗ ਨੂੰ ਰਿਲੈਕਸ ਕਰਦੀ ਹੈ, ਨਸ਼ੇ ਦੀ ਕੋਈ ਗੋਲੀ ਜਿਹਦੇ 'ਚ ਥੋੜਾ ਬਹੁਤਾ ਨਸ਼ਾ ਹੁੰਦਾ। ਉਹ ਕਿਉਂ ਦਿੰਦੇ ਆ ਕਿ ਤੁਹਾਡਾ ਦਿਮਾਗ ਰਿਲੈਕਸ ਰਹੇਗਾ ਤੇ ਪੇਟ ਵੀ ਠੀਕ ਰਹੇਗਾ। ਯਾਨੀ ਕਿ ਅਗਰ ਚਿੰਤਾ ਹਿਰਦੇ ਵਿੱਚ ਉਤਪੰਨ ਹੁੰਦੀ ਹੈ ਤੇ ਉਹ ਸਾਡੇ ਸਰੀਰ ਤੇ ਕਿਤਨੇ ਪ੍ਰਕਾਰ ਨਾਲ ਇਫੈਕਟ ਕਰਦੀ ਹੈ, ਕਿਤਨੇ ਪ੍ਰਕਾਰ ਨਾਲ ਅਸਰ ਕਰਦੀ। ਚਿੰਤਾ ਦੇ ਨਾਲ ਤੁਹਾਡੇ ਤੇਜ਼ਾਬ ਪੈਦਾ ਹੋ ਜਾਏਗਾ। ਜਦੋਂ ਬਹੁਤ ਜ਼ਿਆਦਾ ਚਿੰਤਾ ਕਰੋਗੇ ਤੇ ਪੇਟ ਵਿੱਚ ਤੇਜ਼ਾਬ ਪੈਦਾ ਹੁੰਦਾ, ਐਸਿਡ ਛੱਡਦਾ ਸਾਡਾ ਸਰੀਰ। ਹਾਲਾਂਕਿ ਚਿੰਤਾ ਭਾਵ ਹੈ, ਚਿੰਤਾ ਕੋਈ ਸਰੀਰ ਦੀ ਬਿਮਾਰੀ ਨਹੀਂ ਹੈ, ਇਹ ਕੇਵਲ ਇੱਕ ਭਾਵ ਹੈ, ਇਹ ਬਿਮਾਰੀ ਨਹੀਂ ਹੈ, ਸਰੀਰਕ ਬਿਮਾਰੀ ਨਹੀਂ ਹੈ। ਜਿਵੇਂ ਹਾਰਟ ਦੀ ਬਿਮਾਰੀ ਹੁੰਦੀ ਹੈ ਉਦਾਂ ਦੀ ਬਿਮਾਰੀ ਨਹੀਂ, ਕੇਵਲ ਇੱਕ ਭਾਵ ਹੈ। ਜਦੋਂ ਤੁਹਾਡੇ ਅੰਦਰ ਪੈਦਾ ਹੁੰਦਾ, ਚਿੰਤਤ ਹੁੰਦੇ ਹੋ ਤਾਂ ਸਰੀਰ ਵਿੱਚ ਐਸਿਡ ਪੈਦਾ ਕਰ ਦਿੰਦੀ ਹੈ, ਬਲੱਡ ਪ੍ਰੈਸ਼ਰ ਨੂੰ ਵਧਾ ਦਿੰਦੀ ਹੈ, ਨੀਂਦ ਦੀ ਸਮੱਸਿਆ ਆਉਣੀ ਸ਼ੁਰੂ ਹੋ ਜਾਂਦੀ ਹੈ ਔਰ ਕਈ ਪ੍ਰਕਾਰ ਦੀਆਂ ਬਿਮਾਰੀਆਂ ਨੂੰ ਨਿਉਂਦਾ ਦੇ ਕੇ ਸੱਦ ਲੈਂਦੀ ਹੈ, ਕੇਵਲ ਇੱਕ ਚਿੰਤਾ। ਹੁਣ ਜਦੋਂ ਮਨ ਟਿਕ ਜਾਏਗਾ, ਚਿੰਤਾ ਤੋਂ ਰਹਿਤ ਹੋ ਜਾਏਗਾ ਤਾਂ ਕਿਤਨਾ ਕੁਝ ਦੂਰ ਹੋ ਜਾਏਗਾ। ਇਹ ਪ੍ਰੈਕਟੀਕਲੀ ਵਿਸ਼ੇ ਦੇ ਰੂਪ ਦੇ ਵਿੱਚ ਸਮਝਿਆ ਜਾਵੇ ਤੇ ਉਹਦੇ ਵੀ ਨਾਲ ਧਾਰਮਿਕ ਤੌਰ ਤੇ ਜਦੋਂ ਕੋਈ ਬੰਦਾ ਮਨ ਕਰਕੇ ਬਲਵਾਨ ਹੋ ਜਾਏ ਤਾਂ ਸੁੱਤੇ ਸਿਰ ਸਰੀਰ ਵੀ ਉਹਦਾ ਬਲੀ ਹੋ ਜਾਂਦਾ। ਉਡਾ ਨਾ ਹੰਸ ਨਹ ਕੰਧ ਛੀਜੈ, ਕੰਧ ਨਾਮ ਇਹ ਸਰੀਰ ਦਾ, ਫਿਰ ਇਹ ਸਰੀਰ ਛਿਜਦਾ ਨਹੀਂ ਹੈ। ਯਾਨੀ ਕਿ ਇਹ ਜਿਹੜਾ ਤਨ ਹੈ ਇਹ ਵਿਕਾਰਾਂ ਵਿੱਚ ਖੁਆਰ ਨਹੀਂ ਹੁੰਦਾ, ਕਿਉਂਕਿ ਵਿਕਾਰ ਬੰਦੇ ਨੂੰ ਖੁਆਰ ਕਰਦੇ ਆ। ਬੰਦਾ ਕਾਮੀ ਹੋਵੇਗਾ ਤਾਂ ਸਰੀਰ ਖੁਆਰ, ਕ੍ਰੋਧੀ ਹੋਵੇਗਾ ਤਾਂ ਸਰੀਰ ਖੁਆਰ, ਲੋਭੀ ਹੋਵੇਗਾ ਤਾਂ ਸਰੀਰ ਖੁਆਰ ਹੁੰਦਾ, ਹੰਕਾਰੀ ਹੋਵੇਗਾ ਤਾਂ ਵੀ ਸਰੀਰ ਖੁਆਰ ਹੁੰਦਾ, ਮੋਹ ਵਿੱਚ ਹੋਵੇਗਾ ਤਾਂ ਵੀ ਸਰੀਰ ਖੁਆਰ ਹੁੰਦਾ। ਤੇ ਜਦੋਂ ਕੋਈ ਮਨ ਤੇ ਕਾਬੂ ਕਰ ਲਵੇ ਤੇ ਫਿਰ ਇਹ ਕੰਧ, ਇਹ ਸਰੀਰ ਛਿਜਦਾ ਨਹੀਂ ਹੈ। ਇਹ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬੋਲ ਨੇ ਔਰ ਤਰਈ ਕਾਲ ਸਤ ਨੇ, ਅਟਲ ਨੇ, ਜੋ ਕਹਿ ਦਿੱਤਾ ਇਹੀ ਸੱਚ ਹੈ। ਇਹ ਜਾਣ ਲੈਣਾ ਚਾਹੀਏ ਕਿ ਅੰਤਲਾ ਸੱਚ ਹੈ ਸਾਡੇ ਲਈ, ਜੋ ਗੁਰੂ ਬਾਬਾ ਜੀ ਧੰਨ ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ। ਇਸ ਤੋਂ ਪਰੇ ਅਸੀਂ ਕੋਈ ਹੋਰ ਸੱਚ ਨਹੀਂ ਮੰਨਦੇ, ਨਾ ਹੀ ਹੈ। ਜੋ ਗੁਰੂ ਬਾਬੇ ਨੇ ਕਹਿ ਦਿੱਤਾ ਉਹ ਸੱਚ ਹੈ। ਜਦੋਂ ਭਾਈ ਮਨ ਨੂੰ, ਜਿਹੜਾ ਚੰਚਲ ਮਨ ਹੈ, ਇਹਨੂੰ ਕਾਬੂ ਕਰ ਲਈਏ, ਇਕਾਗਰ ਕਰ ਲਈਏ, ਫਿਰ ਉਸ ਜੁਗਤੀ ਨਾਲ ਇਸ ਮਨ ਨੂੰ ਰੱਖ ਲਿਆ ਜਾਵੇ, ਇਹ ਫਿਰ ਮਨ ਉੱਡਦਾ ਨਹੀਂ ਹੈ, ਯਾਨੀ ਕਿ ਭਜਦਾ ਨਹੀਂ ਹੈ। ਜਦੋਂ ਭਜੇਗਾ ਨਹੀਂ ਫਿਰ ਇਹ ਕੰਧ ਸਰੀਰ ਵੀ ਛਿਜਦਾ ਨਹੀਂ, ਯਾਨੀ ਕਿ ਵਿਕਾਰਾਂ ਵਿੱਚ ਖਚਤ ਨਹੀਂ ਹੁੰਦਾ। ਮੂੜੇ ਕਾਇਚੇ ਭਰਮ ਭੁੱਲਾ, ਇਹ ਮੂਰਖਾ ਕਿਹੜੇ ਭਰਮ ਚ ਭੁੱਲਿਆ ਫਿਰਦਾ? ਜਦੋਂ ਕੋਈ ਭਰਮ ਚ ਭੁੱਲਿਆ ਹੋਵੇ ਉਹਨੂੰ ਮੂਰਖ ਹੀ ਕਹਾਂਗੇ ਨਾ। ਕਹਿੰਦੇ ਉਹ ਮੂਰਖਾ ਕਿਹੜੇ ਭਰਮ ਚ ਭੁੱਲਿਆ, ਉਹੀ ਕਹਿ ਸਕਦਾ ਕਿਸੇ ਦੂਜੇ ਨੂੰ ਜਿਹੜਾ ਆਪ ਭਰਮ ਤੋਂ ਬਾਹਰ ਹੋਵੇ। ਜਿਹਨੇ ਵੇਖਿਆ ਹੋਵੇ ਵੀ ਰੱਸੀ ਹੈ ਸੱਪ ਨਹੀਂ, ਉਹ ਕਹੇਗਾ ਦੂਜੇ ਨੂੰ ਉਹ ਤੂੰ ਕਿਹੜੇ ਭਰਮ ਚ ਭੁੱਲਿਆ, ਰੱਸੀ ਨੂੰ ਸੱਪ ਸਮਝੀ ਜਾਂਦਾ। ਜਿਹਨੂੰ ਪਤਾ ਹੋਵੇਗਾ ਉਹੀ ਕਹੇਗਾ ਨਾ। ਤੇ ਗੁਰੂ ਨਾਨਕ ਸਾਹਿਬ ਸਭ ਕੁਝ ਜਾਣਦੇ ਐ, ਇਸ ਕਰਕੇ ਸਾਨੂੰ ਸਾਰਿਆਂ ਨੂੰ ਭਰਮ ਚੋਂ ਬਾਹਰ ਕੱਢਦੇ ਐ ਤੇ ਸਾਨੂੰ ਸਾਰਿਆਂ ਨੂੰ ਸੰਬੋਧਨ ਕਰਕੇ ਕਹਿੰਦੇ ਉਹ ਮੂੜੇ, ਉਹ ਮੂਰਖਾ, ਕਾਇਚੇ, ਕਿਸ ਲਈ ਭਰਮ ਭੁੱਲਾ, ਕਿਉਂ ਭਰਮ ਚ ਭੁੱਲਿਆ ਫਿਰਦਾ, ਕਿਸ ਲਈ ਭਰਮ ਚ ਭੁੱਲਿਆ ਫਿਰਦਾ? ਇਹ ਭਰਮ ਚੋਂ ਬਾਹਰ ਨਿਕਲ, ਇਹ ਭਰਮ ਦੀਆਂ ਐਨਕਾਂ ਲਾ ਦੇ, ਇਹ ਭਰਮ ਦੇ ਪਰਦੇ ਤੋਂ ਦੂਰ ਹੋ ਜਾ। ਇਹ ਭਰਮ ਨੂੰ ਜਦੋਂ ਦੂਰ ਕਰੇਗਾ ਫਿਰ ਸਮਝ ਆਏਗੀ ਤੈਨੂੰ ਪ੍ਰਮਾਤਮਾ ਵਿਆਪਕ ਹੈ। ਅੱਖਾਂ ਦੇ ਡਾਕਟਰ ਦੇ ਕੋਲ ਕਿਸੇ ਦੀ ਨਿਗਾਹ ਘੱਟ ਸੀ, ਉੱਥੇ ਚਲਾ ਗਿਆ। ਉਹਦੇ ਲਾਗੇ ਹੀ ਇੱਕ ਅਨਪੜ੍ਹ ਬੰਦਾ, ਬਿਲਕੁਲ ਜਿਹਨੂੰ ਕੁਝ ਪੜ੍ਹਨਾ ਲਿਖਣਾ ਨਹੀਂ ਸੀ ਆਉਂਦਾ, ਉਹ ਵੀ ਬੈਠਾ ਅੱਖਾਂ ਚੈੱਕ ਉਹ ਵੀ ਕਰਾਉਣ ਆਇਆ ਹੋਇਆ। ਉਹਨੇ ਉਹਦੀ ਅੱਖਾਂ ਤੇ ਲੈਂਜ ਲਾਏ, ਆ ਠੀਕ ਹੈ, ਕਹਿੰਦਾ ਹਾਂ ਅੱਗੇ ਨਾਲੋਂ ਕੁਝ ਠੀਕ। ਫਿਰ ਦੂਜਾ ਲੈਂਜ ਲਾਇਆ, ਕਹਿੰਦਾ ਹਾਂ ਹੁਣ ਪਹਿਲਾਂ ਨਾਲੋਂ ਵੀ ਕੁਝ ਵਧੀਆ ਦਿਸਦਾ। ਤੀਜਾ ਲੈਂਜ ਲਾਇਆ, ਕਹਿੰਦਾ ਹਾਂ ਹੁਣ ਬਿਲਕੁਲ ਸਾਫ਼ ਦਿਸਦਾ।
ਕਹਿੰਦਾ ਲੈ ਤੈਨੂੰ ਐਨਕ ਲੱਗ ਗਈ, ਇਹ ਲਾ ਲੈ ਤੇ ਫਿਰ ਤੂੰ ਪੜ੍ਹ ਲਿਆ ਕਰੇਗਾ। ਦੂਜੇ ਦੀ ਵਾਰੀ ਆਈ, ਉਹਦੀਆਂ ਅੱਖਾਂ ਤੇ ਐਨਕ ਲਾਈ, ਐਨਕ ਲਾ ਕੇ ਲੈਂਜ ਲਾਇਆ, ਕਹਿੰਦਾ ਕੁਝ ਨਜ਼ਰ ਆਇਆ, ਕਹਿੰਦਾ ਕੁਝ ਨਹੀਂ ਦਿਸਿਆ। ਉਹਨੇ ਲੈਂਜ ਫਿਰ ਬਦਲਿਆ, ਕਹਿੰਦਾ ਕੁਝ ਨਜ਼ਰ ਆਇਆ, ਕਹਿੰਦਾ ਕੁਝ ਨਹੀਂ ਦਿਸਿਆ। ਤੀਜੀ ਵਾਰ ਫਿਰ ਲੈਂਸ ਲਾਇਆ, ਕਹਿੰਦਾ ਕੁਝ ਦਿਸਿਆ, ਕਹਿੰਦਾ ਕੁਝ ਨਹੀਂ ਦਿਸਿਆ। 5-6 ਵਾਰੀ ਉਹਨੇ ਲੈਂਜ ਲਾਏ, ਕਹਿੰਦਾ ਕੁਝ ਦਿਸਦਾ ਹੀ ਨਹੀਂ। ਉਹ ਕਹਿੰਦਾ ਕੀ ਗੱਲ ਭਾਈ, ਅੱਖਾਂ ਤਾਂ ਤੇਰੀ ਮੋਤੀਆ ਬਿੰਦ ਤਾਂ ਹੈ ਨਹੀਂ, ਤੈਨੂੰ ਦਿਸਦਾ ਕਿਉਂ ਨਹੀਂ? ਉਹ ਕਹਿੰਦਾ ਵੀ ਮੈਂ ਸੋਚਿਆ ਵੀ ਜਿਹੜੇ ਐਨਕ ਲਾਉਂਦੇ ਆ ਉਹਨਾਂ ਨੂੰ ਪੜ੍ਹਨਾ ਆ ਜਾਂਦਾ ਹੈ, ਤੇ ਮੈਂ ਪੜ੍ਹਿਆ ਲਿਖਿਆ ਨਹੀਂ ਹਾਂ। ਐਨਕ ਇਸ ਕਰਕੇ ਲਵਾਉਣ ਆਇਆ ਵੀ ਜਦੋਂ ਤੁਸੀਂ ਲਾ ਜਾਓਗੇ ਤੇ ਮੈਨੂੰ ਪੜ੍ਹਨਾ ਆ ਜਾਏਗਾ, ਪਰ ਤੁਸੀਂ ਜਿੰਨੇ ਲੈਂਜ ਲਾਈ ਜਾਂਦੇ ਹੋ ਮੈਨੂੰ ਤਾਂ ਪੜ੍ਹਨਾ ਆਇਆ ਨਹੀਂ, ਫਿਰ ਐਨਕ ਦਾ ਕੀ ਫਾਇਦਾ? ਮੈਂ ਐਨਕ ਇਸ ਕਰਕੇ ਲਾਉਣਾ ਚਾਹੁੰਦਾ ਸੀ ਕਿ ਮੈਨੂੰ ਪੜ੍ਹਨਾ ਲਿਖਣਾ ਆ ਜਾਏਗਾ। ਉਹ ਕਹਿਣ ਲੱਗੇ ਭਾਈ ਜੇ ਤੂੰ ਪਹਿਲਾਂ ਪੜ੍ਹਿਆ ਹੋਵੇਗਾ, ਪੜ੍ਹਾਈ ਤੇਰੇ ਅੰਦਰ ਹੋਵੇਗੀ ਤੇ ਅੱਖਾਂ ਦੇ ਵਿੱਚ ਥੋੜੀ ਜੀ ਰੋਸ਼ਨੀ ਮੰਦ ਹੋਵੇਗੀ, ਐਨਕ ਲਾਏਗਾ ਤੇ ਤਾਂ ਤੈਨੂੰ ਦਿਸਣਾ ਸ਼ੁਰੂ ਹੋਵੇਗਾ ਤੇ ਫਿਰ ਤੂੰ ਪੜ੍ਹੇਗਾ। ਜੇ ਤੂੰ ਪਹਿਲਾਂ ਪੜ੍ਹਿਆ ਹੀ ਨਹੀਂ ਤੇ ਭਾਵੇਂ ਸੈਂਕੜੇ ਐਨਕਾਂ ਲਾਈ ਚੱਲ ਕੁਝ ਨਹੀਂ ਦਿਸਣਾ। ਇਨ ਬਿਨ ਇਉਂ ਹੀ ਜਿਨ੍ਹਾਂ ਦੇ ਅੰਦਰ ਆਤਮ ਗਿਆਨ ਦੀ ਜਾਣਨੇ ਦੀ ਜਗਿਆਸਾ ਹੈ, ਜਿਨ੍ਹਾਂ ਭਜਨ ਕੀਤਾ ਹੈ, ਬਾਣੀ ਪੜ੍ਹੀ ਹੈ, ਉਹਨਾਂ ਨੂੰ ਗੁਰੂ ਗਿਆਨ ਦਾ ਚਸ਼ਮਾ ਲਾ ਕੇ ਬ੍ਰਹਮ ਸਾਰਿਆਂ ਵਿੱਚ ਵਿਆਪਕ ਵਿਖਾ ਦਿੰਦਾ ਹੈ। ਪਰ ਜਿਨ੍ਹਾਂ ਦੇ ਅਨੁਭਵ ਦੇ ਵਿੱਚ ਭਜਨ ਸਿਮਰਨ ਹੈ ਹੀ ਨਹੀਂ, ਉਹਨਾਂ ਨੂੰ ਲੱਖਾਂ ਗਿਆਨ ਦੀਆਂ ਐਨਕਾਂ ਲਾ ਲਵੋ, ਕੁਝ ਵੀ ਨਜ਼ਰ ਨਹੀਂ ਆਵੇਗਾ, ਕੁਝ ਵੀ ਨਹੀਂ ਦਿਸੇਗਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇਸੇ ਕਰਕੇ ਪਹਿਲਾਂ ਸਿਮਰਨ ਵਾਲੇ ਪਾਸੇ ਜੋੜਿਆ। ਉਹ ਸਿੱਖਾ ਸਿਮਰਨ ਕਰ, ਨਾਮ ਜਪ, ਬਾਣੀ ਪੜ੍ਹ, ਭਜਨ ਕਰ। ਜਦੋਂ ਪੜ੍ਹਾਈ ਅੰਦਰ ਹੋਵੇਗੀ ਫਿਰ ਗੁਰੂ ਗਿਆਨ ਦਾ ਚਸ਼ਮਾ ਲਾਵੇਗਾ। ਸੇ ਅੱਖੜੀਆਂ ਬਿਆਨ ਉਹ ਗੁਰੂ ਦੇਵੇਗਾ, ਅੱਖਾਂ ਗਿਆਨ ਦਾ ਸੁਰਮਾ ਪਾ ਕੇ ਨੇਤਰਾਂ 'ਚੋਂ ਰੋਸ਼ਨੀ ਦੇਵੇਗਾ। ਫਿਰ ਉਹ ਅਨੇਕਤਾ ਵਿੱਚ ਵਰਤਣ ਵਾਲਾ ਬ੍ਰਹਮ ਇੱਕ ਰੂਪ ਹੋ ਕੇ ਹੀ ਸਾਰਿਆਂ ਵਿੱਚ ਨਜ਼ਰ ਆ ਜਾਏਗਾ। ਫਿਰ ਅਨੇਕ ਵਿੱਚ ਵੀ ਇੱਕ ਨਜ਼ਰ ਆ ਜਾਏਗਾ ਜਦੋਂ ਗੁਰੂ ਸਾਹਿਬ ਗਿਆਨ ਰੂਪੀ ਨੇਤਰਾਂ ਤੇ ਚਸ਼ਮਾ ਲਾਉਣਗੇ, ਐਨਕ ਲਾਉਣਗੇ। ਪਰ ਜੇ ਅੰਦਰ ਹੀ ਕੁਝ ਨਹੀਂ, ਜਾਣਨੇ ਦੀ ਜਗਿਆਸਾ ਹੀ ਕੁਝ ਨਹੀਂ, ਤੇ ਫਿਰ ਆਖੀਏ ਵੀ ਐਨਕ ਲੱਗ ਜੇ ਤੇ ਦਿਸ ਜਾਏ, ਐਸਾ ਨਹੀਂ ਹੋ ਸਕਦਾ। ਉਹਦੇ ਲਈ ਸਾਧਨਾ ਚਾਹੀਦੀ ਹੈ, ਉਹਦੇ ਲਈ ਕਮਾਈ ਚਾਹੀਦੀ ਹੈ। ਇਸੇ ਕਰਕੇ ਮਹਾਂਪੁਰਸ਼ ਜਿੱਥੇ ਜਿੱਥੇ ਵੀ ਬੈਠੇ ਨੇ ਉਹ ਸਭ ਭਜਨ ਕਰਾਉਂਦੇ ਆ, ਉਹ ਨਾਮ ਜਪਾਉਂਦੇ ਆ। ਉਹ ਕਹਿੰਦੇ ਆ ਜਪਿਆ ਕਰੋ ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ। ਜਿਹਦੇ ਅੰਦਰ ਇਹ ਕਮਾਈ ਹੋਵੇਗੀ ਉਹਨੂੰ ਗੁਰੂ ਸਾਹਿਬ ਗਿਆਨ ਬਖਸ਼ਦੇ ਹੈ। ਜਿਹੜੇ ਕਮਾਈ ਤੋਂ ਵਿਹੂਣੇ ਫੋਕਾ ਹੀ ਗਿਆਨ ਚੁੱਕੀ ਫਿਰਨ, ਫੋਕਾ ਹੀ ਗੱਲਾਂ ਬਾਤਾਂ ਨਾਲ ਹੀ ਆਖਣ ਅਸੀਂ ਬ੍ਰਹਮ ਗਿਆਨੀ ਆ। ਇੱਕ ਸੀਗਾ, ਉਹਦੇ ਕਿਤੇ ਗੁਰੂ ਨੇ ਉਹਨੂੰ ਕਹਿ ਦਿੱਤਾ ਵੀ ਸਭ ਬ੍ਰਹਮ, ਤੂੰ ਵੀ ਬ੍ਰਹਮ, ਮੈਂ ਵੀ ਬ੍ਰਹਮ, ਆ ਵੀ ਬ੍ਰਹਮ, ਆ ਵੀ ਬ੍ਰਹਮ, ਸਭ ਬ੍ਰਹਮ ਹੀ ਹੈ। ਕਹਿੰਦਾ ਅੱਛਾ ਜੀ। ਹੁਣ ਜਿੱਥੇ ਜਾਇਆ ਕਰੇ ਆਖਿਆ ਕਰੇ ਮੈਂ ਵੀ ਬ੍ਰਹਮ, ਤੂੰ ਵੀ ਬ੍ਰਹਮ, ਆ ਵੀ ਬ੍ਰਹਮ, ਉਹ ਵੀ ਬ੍ਰਹਮ, ਸਭ ਬ੍ਰਹਮ ਹੀ ਬ੍ਰਹਮ। ਇੱਕ ਦਿਨ ਕੀ ਹੋਇਆ, ਉਹਦਾ ਨਾਂ ਹੀ ਪੈ ਗਿਆ ਬ੍ਰਹਮ ਗਿਆਨੀ। ਉਹਨੂੰ ਸਭ ਕਹਿਣ ਲੱਗ ਪਏ ਬ੍ਰਹਮ ਗਿਆਨੀ, ਕਿਉਂਕਿ ਜਿੱਥੇ ਜਾਇਆ ਕਰੇ ਆਖਿਆ ਕਰੇ ਮੈਂ ਵੀ ਬ੍ਰਹਮ, ਤੂੰ ਵੀ ਬ੍ਰਹਮ, ਇਹ ਵੀ ਬ੍ਰਹਮ, ਇਹ ਵੀ ਬ੍ਰਹਮ। ਸਭ ਕਹਿਣ ਲੱਗ ਪਏ ਬ੍ਰਹਮ ਗਿਆਨੀ। ਇੱਕ ਦਿਨ ਇੱਕ ਹਾਥੀ ਭੂਤਰਿਆ ਹੋਇਆ, ਖੂੰਖਾਰ ਹੋਇਆ, ਉਹਦੇ ਤੇ ਮਹਾਵਤ ਬੈਠਾ।
ਉੱਚੀ ਉੱਚੀ ਆਵਾਜ਼ ਮਾਰ ਕੇ ਕਹਿੰਦਾ, ਲੋਕੋ ਪਰੇ ਹੋ ਜੋ, ਹਾਥੀ ਭੂਤਰਿਆ ਹੋਇਆ, ਕਿਸੇ ਨੂੰ ਮਾਰੇਗਾ, ਕਿਸੇ ਨੂੰ ਲਤਾੜੇਗਾ, ਕਿਸੇ ਨੂੰ ਪੈਰਾਂ ਥੱਲੇ ਮਿੱਧੇਗਾ, ਪਾਸੇ ਹਟ ਜਾਓ। ਇਹ ਵੀ ਅੱਗੇ ਖੜਾ ਸੀ ਬ੍ਰਹਮ ਗਿਆਨੀ। ਇਹਨੂੰ ਲੋਕ ਕਹਿਣ ਲੱਗੇ, ਬ੍ਰਹਮ ਗਿਆਨੀ ਜੀ ਪਿੱਛੇ ਹਟ ਜਾਈਏ, ਹਾਥੀ ਆਉਂਦਾ। ਕਹਿੰਦਾ ਨਹੀਂ, ਮੈਂ ਵੀ ਬ੍ਰਹਮ, ਉਹ ਵੀ ਬ੍ਰਹਮ, ਹਾਥੀ ਵੀ ਬ੍ਰਹਮ ਹੀ ਹੈ। ਮੈਂ ਵੀ ਬ੍ਰਹਮ, ਉਹ ਵੀ ਬ੍ਰਹਮ। ਹੁਣ ਬ੍ਰਹਮ ਬ੍ਰਹਮ ਨੂੰ ਕਿਵੇਂ ਮਾਰੇਗਾ? ਬ੍ਰਹਮ ਬ੍ਰਹਮ ਨੂੰ ਥੋੜੀ ਮਾਰੇਗਾ। ਉਹ ਵੀ ਬ੍ਰਹਮ ਹੈ, ਮੈਂ ਵੀ ਬ੍ਰਹਮ ਹਾਂ। ਕਿਉਂਕਿ ਕੱਲਾ ਜ਼ੁਬਾਨੀ ਸੀ ਨਾ, ਅੰਦਰੋਂ ਨਹੀਂ ਸੀ। ਜੇ ਅੰਦਰੋਂ ਹੁੰਦਾ ਤੇ ਕਬੀਰ ਜੀ ਦੇ ਅੰਦਰ ਸੀ ਬ੍ਰਹਮ, ਤੇ ਹਾਥੀ ਆਉਂਦਾ ਝੰਗਾੜਦਾ, ਕਬੀਰ ਜੀ ਕੋਲ ਆ ਕੇ ਸੀਸ ਝੁਕਾ ਕੇ ਮੱਥਾ ਟੇਕਦਾ। ਪਰ ਇਹ ਕੱਲਾ ਫੋਕਾ ਗਿਆਨ ਸੀ ਨਾ, ਵੀ ਮੈਂ ਵੀ ਬ੍ਰਹਮ ਹਾਂ, ਹਾਥੀ ਵੀ ਬ੍ਰਹਮ ਹੈ। ਉੱਤੇ ਮਹਾਵਤ ਬੈਠਾ ਕਹੀ ਜੇ, ਉਹ ਪਾਸੇ ਹਟ ਜਾ, ਮਾਰਿਆ ਜਾਏਗਾ। ਕਹੇ ਨਹੀਂ, ਇਹ ਵੀ ਬ੍ਰਹਮ ਹੈ, ਮੈਂ ਵੀ ਬ੍ਰਹਮ ਹਾਂ। ਇੰਨੇ ਨੂੰ ਹਾਥੀ ਕੋਲ ਆਇਆ, ਉਹਨੇ ਸੁੰਡ 'ਚ ਲਪੇਟਿਆ, ਵਗਾ ਕੇ ਪਰੇ ਸੁੱਟਿਆ। 3-4 ਹੱਡੀਆਂ ਟੁੱਟ ਗਈਆਂ, ਪਰ ਇੰਨਾ ਸ਼ੁਕਰ ਵੀ ਇਹਦੀ ਛਾਤੀ ਤੇ ਪੈਰ ਨਹੀਂ ਧਰਿਆ, ਮਰਿਆ ਨਹੀਂ। ਇੰਨੇ ਨੂੰ ਇਹਦਾ ਜਿਹੜਾ ਗੁਰੂ ਸੀ, ਜਿਹਨੇ ਇਹਨੂੰ ਗਿਆਨ ਦਿੱਤਾ ਸੀ, ਉਹ ਆ ਗਿਆ। ਉਹ ਕਹਿੰਦਾ ਕੀ ਗੱਲ? ਕਹਿੰਦਾ ਜੀ ਤੁਸੀਂ ਕਹਿੰਦੇ ਸੀ ਮੈਂ ਵੀ ਬ੍ਰਹਮ, ਉਹ ਵੀ ਬ੍ਰਹਮ, ਤੇ ਬ੍ਰਹਮ ਨੇ ਬ੍ਰਹਮ ਨੂੰ ਮਾਰ ਦਿੱਤਾ। ਮੈਂ ਅੱਜ ਤੋਂ ਵਿਸ਼ਵਾਸ ਹੀ ਨਹੀਂ ਕਰਨਾ। ਉਹਨੇ ਆਖਿਆ ਵੀ ਇਹ ਤੂੰ ਗਿਆਨ ਕਿੱਥੋਂ ਲਿਆ? ਕਹਿੰਦਾ ਤੁਹਾਡੀ ਸੰਗਤ ਵਿੱਚੋਂ ਮੈਨੂੰ ਇਹ ਗਿਆਨ ਮਿਲਿਆ। ਕਹਿੰਦੇ ਮੇਰੀ ਸੰਗਤ ਵਿੱਚੋਂ ਨਹੀਂ, ਤੇਰੇ ਕੁਸੰਗ ਚੋਂ ਪੈਦਾ ਹੋਇਆ ਤੇਰਾ ਇਹ ਗਿਆਨ ਹੈ। ਕਹਿੰਦਾ ਇਹ ਦੱਸ, ਗੁਰੂ ਵੀ ਅੱਗੋਂ ਸਿਆਣਾ ਸੀ, ਚੇਲੇ ਆਪਣੇ ਨੂੰ ਕਹਿੰਦਾ ਇਹ ਦੱਸ ਵੀ ਜਿਹੜਾ ਉਹ ਮਹਾਵਤ ਬੈਠਾ ਸੀ, ਉਹਦੇ 'ਚ ਬ੍ਰਹਮ ਨਹੀਂ ਸੀ? ਤੈਨੂੰ ਉਹਦੇ 'ਚ ਬ੍ਰਹਮ ਨਹੀਂ ਦਿਸਿਆ? ਹਾਥੀ 'ਚ ਤੈਨੂੰ ਦਿਸਦਾ ਰਿਹਾ, ਤੇ ਉਹ ਜਿਹੜਾ ਉੱਤੇ ਮਹਾਵਤ ਬੈਠਾ ਸੀ, ਉਹਦੇ 'ਚ ਬ੍ਰਹਮ ਨਹੀਂ ਦਿਸਿਆ? ਉਹਦੇ ਵਿੱਚ ਵੀ ਤਾਂ ਬ੍ਰਹਮ ਸੀ। ਉਹ ਤੈਨੂੰ ਕਹਿੰਦਾ ਰਿਹਾ, ਬ੍ਰਹਮ ਬ੍ਰਹਮ ਨੂੰ ਕਹਿੰਦਾ ਰਿਹਾ, ਉਹ ਪਿੱਛੇ ਹਟ ਜਾ, ਆਹ ਬ੍ਰਹਮ ਨੇ ਬ੍ਰਹਮ ਨੂੰ ਮਾਰ ਦੇਣਾ ਜੇ। ਤੇ ਕਹਿੰਦੇ ਤੂੰ ਉਸ ਬ੍ਰਹਮ ਦਾ ਕਹਿਣਾ ਨਹੀਂ ਮੰਨਿਆ, ਤੇ ਫਿਰ ਇਸ ਬ੍ਰਹਮ ਨੇ ਬ੍ਰਹਮ ਦੀਆਂ ਹੱਡੀਆਂ ਤੋੜ ਦਿੱਤੀਆਂ ਹਨ। ਉਹ ਬ੍ਰਹਮ ਜਿਹੜਾ ਮਹਾਵਤ ਬੈਠਾ ਸੀ, ਉਸ ਬ੍ਰਹਮ ਦਾ ਕਹਿਣਾ ਨਹੀਂ ਮੰਨਿਆ, ਤੇ ਫਿਰ ਇਸ ਬ੍ਰਹਮ ਨੇ ਬ੍ਰਹਮ ਨੂੰ ਪਟਕੀਰ ਕੇ ਮਾਰਿਆ। ਹੁਣ ਰੋਣਾ ਕਿਉਂ ਹੈ? ਇਹ ਕਹਾਵਤ ਹੈ, ਪਰ ਅਕਸਰ ਲੋਕਾਂ ਕੋਲ ਕੇਵਲ ਦੰਦ ਗਿਆਨ ਹੁੰਦਾ, ਜ਼ੁਬਾਨ ਦਾ। ਮੈਂ ਬ੍ਰਹਮ ਗਿਆਨੀ ਹਾਂ, ਮੇਰੇ ਕੋਲ ਗਿਆਨ ਹੈ, ਪਰ ਉਹ ਗਿਆਨ ਦੀਆਂ ਕੁਰਲੀਆਂ ਨੇ, ਹਿਰਦੇ 'ਚ ਗਿਆਨ ਨਹੀਂ ਉਤਰਿਆ। ਜਿਨ੍ਹਾਂ ਦੇ ਹਿਰਦਿਆਂ 'ਚ ਗਿਆਨ ਉਤਰ ਗਿਆ, ਉਹਨਾਂ ਕੋਲ ਹਾਥੀ ਆਇਆ ਵੀ ਕਬੀਰ ਜੀ ਮਹਾਰਾਜ ਜੀ ਦੇ ਪਾਸ, ਬੜਾ ਝੰਗਾੜਦਾ ਹੋਇਆ। ਵੇਖਦਿਆਂ ਸਾਰ ਕਬੀਰ ਜੀ ਦੇ ਅੰਦਰ ਬ੍ਰਹਮ ਵੇਖਿਆ। ਕਬੀਰ ਜੀ ਨੇ ਉਸ ਹਾਥੀ ਵਿੱਚ ਬ੍ਰਹਮ ਨੂੰ ਤੱਕਿਆ। ਉਸ ਹਾਥੀ ਵਿੱਚ ਵਰਤਦੇ ਬ੍ਰਹਮ ਨੇ ਹਾਥੀ ਨੂੰ ਪ੍ਰੇਰਿਆ ਕਿ ਕਬੀਰ ਜੀ ਦੇ ਅੱਗੇ ਦੋਵੇਂ ਪੈਰ ਅੱਗੇ ਪੋਟ ਜੋੜ ਕੇ ਸੀਸ ਝੁਕਾ ਕੇ ਮੱਥਾ ਟੇਕ ਤੇ ਉਹ ਨਮਸਕਾਰ ਪਿਆ ਕਰਦਾ। ਅੱਜ ਕੱਲ ਸਾਡੇ ਕੋਲ ਕੇਵਲ ਫੋਕਾ ਗਿਆਨ ਰਹਿ ਗਿਆ। ਮਾਫ ਕਰਨਾ, ਮੇਰੇ ਸਮੇਤ ਅਸੀਂ ਸਭ ਨੂੰ ਗਿਆਨ ਦੇਣ ਦੀਆਂ ਬਾਤਾਂ ਕਰਦੇ ਹਾਂ, ਆਪ ਉਸ ਗਿਆਨ ਤੋਂ ਬਿਰਵੇ ਤੇ ਖਾਲੀ ਟੁਰੇ ਫਿਰਦੇ ਹਾਂ। ਜਿਨ੍ਹਾਂ ਦੇ ਅੰਦਰ ਗਿਆਨ ਆ ਗਿਆ, ਉਹਨਾਂ ਨੇ ਆਪਣੇ ਇਸ ਮਨ ਨੂੰ ਰੋਕ ਲਿਆ ਤੇ ਭਰਮ ਤੋਂ ਰਹਿਤ ਹੋ ਗਏ। ਉਹ ਭਰਮ ਤੋਂ ਰਹਿਤ ਹੋ ਗਏ। ਜਿਹੜੇ ਭਰਮ ਤੋਂ ਰਹਿਤ ਨਹੀਂ ਹੋਏ, ਉਹਨਾਂ ਨੂੰ ਸਾਹਿਬ ਕਹਿੰਦੇ, ਉਹ ਮੂੜੇ ਕਾਇ ਚੇ ਭਰਮ ਭੁੱਲਾ, ਤੂੰ ਕਿਹੜੀ ਗੱਲੇ ਭਰਮ 'ਚ ਭੁੱਲਿਆ ਫਿਰਦਾ ਹੈ? ਨਹਿ ਚੀਨਿਆ ਪਰਮਾਨੰਦ ਬੈਰਾਗੀ। ਤੂੰ ਉਸ ਪਰਮਾਨੰਦ ਸਰੂਪ ਵਾਹਿਗੁਰੂ ਪਰਮੇਸ਼ਰ ਨੂੰ ਜਿਹੜਾ ਵੈਰਾਗੀ ਹੈ, ਪਰਮੇਸ਼ਰ ਵੈਰਾਗੀ ਕਿਹਾ ਕਿਉਂਕਿ ਪ੍ਰਮਾਤਮਾ ਨੂੰ ਵੈਰਾਗੀ ਤਾਂ ਕਿਹਾ ਕਿਉਂਕਿ ਉਹ ਖਵਾਹਿਸ਼ ਨਹੀਂ ਰੱਖਦਾ, ਉਹ ਚਾਹਨਾ ਨਹੀਂ ਰੱਖਦਾ ਕਿਸੇ ਕੋਲੋਂ, ਕਿਸੇ ਕੋਲੋਂ ਉਹਨੂੰ ਚਾਹੀਦਾ ਨਹੀਂ ਕੁਝ, ਸਭ ਨੂੰ ਦਿੰਦਾ ਪਰ ਕਿਸੇ ਕੋਲੋਂ ਚਾਹੀਦਾ ਨਹੀਂ ਕੁਝ ਉਹਨੂੰ। ਉਹ ਪਰਮ ਆਨੰਦ ਵੈਰਾਗੀ ਵਾਹਿਗੁਰੂ ਪਰਮੇਸ਼ਰ ਨੂੰ ਤੂੰ ਨਹੀਂ ਜਾਣਿਆ। ਰਹਾਉ ਅਜਰ ਗਹੁ ਜਾਰ ਲੈ, ਅਮਰ ਗਹੁ ਮਾਰ ਲੈ, ਭਰਾਤ ਤਜ ਛੋੜ ਤਉ ਆਪੇ ਆਓ ਪੀਜੈ। ਜਿਹੜਾ ਅਜਰ ਹੈ, ਅਜਰ ਕੀ ਹੈ? ਨਾ ਜਰਿਆ ਜਾਣ ਵਾਲਾ ਹੈ ਕਾਮ, ਕ੍ਰੋਧ। ਇਹ ਜਿਹੜੇ ਵਿਕਾਰ ਨੇ ਅਜਰ ਨੇ। ਮਹਾਰਾਜ ਕਹਿੰਦੇ ਇਹਨਾਂ ਨੂੰ ਜਰ, ਇਹਨਾਂ ਨੂੰ ਕਾਬੂ ਕਰ।
ਅਚਰ ਚਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ। ਇਹ ਜਿਹੜੇ ਨਾ ਜਰੇ ਜਾਣ ਵਾਲੇ ਵਿਕਾਰ ਨੇ, ਇਹਨਾਂ ਨੂੰ ਜਰ ਬਰਦਾਸ਼ਤ ਕਰ, ਇਹਨਾਂ ਨੂੰ ਕਾਬੂ ਕਰ ਆਪਣੇ। ਅਜਰ ਗਹੋ ਜਾਰ ਲੈ, ਅਮਰ ਗਹੋ ਮਾਰ ਲੈ। ਅਮਰ ਜਿਹੜਾ ਨਾ ਮਰੇ ਉਹ ਕਿਹੜਾ ਮਨ? ਕਹਿੰਦੇ ਜਿਹੜਾ ਮਨ ਨਹੀਂ ਮਰਦਾ ਇਹਨੂੰ ਮਾਰ, ਆਪਣੇ ਮਨ ਨੂੰ ਮਾਰ। ਮਨ ਮਾਰੇ ਬਿਨਾ ਗੱਲ ਨਹੀਂ ਜੇ ਬਣਨੀ, ਮਨ ਮਾਰੇ ਬਿਨਾ ਭਗਤੀ ਨਹੀਂ ਜੇ ਹੋਣੀ, ਮਨ ਮਾਰੇ ਬਿਨਾ ਨਿਤਨੇਮ ਨਹੀਂ ਜੇ ਹੋਣਾ, ਮਨ ਮਾਰੇ ਬਿਨਾ ਗੁਰੂ ਘਰ ਦੀ ਯਾਤਰਾ ਨਹੀਂ ਜੇ ਹੋਣੀ, ਮਨ ਮਾਰੇ ਬਿਨਾ ਸੰਗਤ ਵਿੱਚ ਕਥਾ ਨਹੀਂ ਸੁਣੀ ਜਾਣੀ, ਮਨ ਮਾਰੇ ਬਿਨਾ ਕੀਰਤਨ ਨਹੀਂ ਸੁਣਿਆ ਜਾਣਾ। ਮਨ ਮਾਰ ਕੇ ਸਭ ਕੁਝ ਹੋਣਾ। ਮਨ ਕਹਿੰਦਾ ਛੱਡ ਯਾਰ ਚੱਲੀਏ। ਜੇ ਮਨ ਪਿੱਛੇ ਚੱਲ ਪਏ ਮਨਮੁਖ, ਜੇ ਮਨ ਮਾਰ ਲਿਆ ਨਹੀਂ ਘੰਟਾ ਇੱਕ ਬਹਿ ਕੇ ਕਥਾ ਸੁਣਨੀ ਹੈ, ਕੀਰਤਨ ਸੁਣਨਾ, ਤੇ ਗੱਲ ਬਣ ਜਾਏਗੀ। ਮਨ ਮਾਰੇ ਬਿਨਾ ਤਾਂ ਨਹੀਂ ਨਾ ਗੱਲ ਬਣਦੀ। ਮਹਾਰਾਜ ਕਹਿੰਦੇ ਜਿਹੜਾ ਇਹ ਨਹੀਂ ਮਰਦਾ, ਇਸ ਅਮਰ ਮਨ ਨੂੰ ਮਾਰ। ਭਰਾਤ ਤਜ, ਭਰਮ ਛੱਡ ਆਪਣੇ ਹਿਰਦੇ ਚੋਂ, ਤਾਂ ਅਪਿਓ ਪੀਜਾ। ਪਿਓ ਦਾ ਮਤਲਬ ਹੁੰਦਾ ਅੰਮ੍ਰਿਤ। ਕਹਿੰਦੇ ਫਿਰ ਅੰਮ੍ਰਿਤ ਪੀਵੇਂਗਾ, ਫਿਰ ਤੂੰ ਆਪਣੇ ਅੰਦਰੋਂ ਅੰਮ੍ਰਿਤ ਦੀਆਂ ਘੁੱਟਾਂ ਨੂੰ ਪੀਵੇਂਗਾ। ਮੀਨ ਕੀ ਚਾਪਲ ਸਿਉ ਜੁਗਤ ਮਨ ਰਾਖੀਐ, ਉਡਨ ਹੈ ਹੰਸ ਨਹਿ ਕੰਧ ਛੀਜੈ। ਮੱਛੀ ਵਾਂਗੂ ਚੰਚਲ ਮਨ ਨੂੰ ਜੁਗਤੀ ਨਾਲ ਇਉਂ ਰੱਖ, ਜਿਵੇਂ ਪਿੱਛੇ ਦੱਸਿਆ, ਇਉਂ ਇਹਨੂੰ ਕਾਬੂ ਕਰ। ਫਿਰ ਇਹ ਜਾਵੇਗਾ ਨਹੀਂ, ਭੱਜੇਗਾ ਨਹੀਂ, ਤੇ ਨਾ ਹੀ ਇਹ ਸਰੀਰ ਰੂਪੀ ਕੰਧ ਇਹ ਵਿਕਾਰਾਂ ਵਿੱਚ ਛਿੱਜੇਗੀ, ਨਾ ਹੀ ਇਹ ਵਿਕਾਰਾਂ ਵਿੱਚ ਗਰਸਿਆ ਜਾਏਗਾ। ਭਾਣਤ ਨਾਨਕ ਜਨੋ ਰਵੈ ਜੇ ਹਰ ਮਨੋ, ਮਨ ਪਵਨ ਸਿਉ ਅੰਮ੍ਰਿਤ ਪੀਜੈ। ਮਹਾਰਾਜ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਆ ਅਖੀਰਲੀ ਪੰਕਤੀਆਂ ਦੇ ਵਿੱਚ ਕਿ ਹੇ ਜਨ, ਮਨ ਕਰਕੇ ਪਰਮੇਸ਼ਰ ਨੂੰ ਰਵੇ ਉਚਾਰਨ ਕਰ। ਮਨ ਕਰਕੇ, ਮਨ ਕਰਕੇ ਭਜ, ਮਨ ਕਰਕੇ ਜਪ, ਮਨ ਕਰਕੇ ਸਲਾਹ, ਮਨ ਕਰਕੇ ਆਰਾਧ। ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ। ਭਣਤ ਨਾਨਕ ਜਨੋ ਰਵੈ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜੇ ਰੱਬ ਦੇ ਜਨ ਨੇ, ਪਰਮੇਸ਼ਰ ਦੇ ਪਿਆਰੇ ਨੇ, ਉਹ ਮਨ ਕਰਕੇ ਉਚਾਰਦੇ ਆ ਰੱਬ ਨੂੰ। ਫਿਰ ਮਨ ਪਾਵਨ, ਮਨ ਨੂੰ ਰੋਕ ਕੇ ਸਵਾਸਾਂ ਤੇ ਨਿਰੰਤਰਨ ਕਰਕੇ ਇਉਂ ਫਿਰ ਅੰਮ੍ਰਿਤ ਨੂੰ ਪੀਵੋ, ਸਿਉਂ ਅੰਮ੍ਰਿਤ ਪੀਜੈ। ਫਿਰ ਇਉਂ ਨਾਮ ਅੰਮ੍ਰਿਤ ਨੂੰ ਆਪਣੇ ਸਵੈ ਅੰਤਰਾਤਮੇ ਪੁੰਚੋ, ਆਪਣੇ ਸਵੈ ਅੰਤਰਾਤਮੇ ਨਾਮ ਅੰਮ੍ਰਿਤ ਨੂੰ ਪੀਵੋ। ਮੀਨ ਕੇ ਚਾਪਲ ਸਿਉ ਜੁਗਤ ਮਨ ਰਾਖੀਐ, ਉਡਨ ਹੈ ਹੰਸ ਨਹਿ ਕੰਧ ਛੀਜੈ। ਕਹਿੰਦੇ ਮੱਛੀ ਵਾਂਗੂ ਇਸ ਚੰਚਲ ਮਨ ਨੂੰ ਇਸ ਜੁਗਤੀ ਨਾਲ ਕਾਬੂ ਕਰੋ, ਫਿਰ ਇਹ ਭੱਜੇਗਾ ਨਹੀਂ, ਨੱਠੇਗਾ ਨਹੀਂ, ਫੁਰਨੇ ਕਫੁਰਨਿਆਂ 'ਚ ਸੰਕਲਪਾਂ ਵਿਕਲਪਾਂ 'ਚ ਨਹੀਂ ਦੌੜੇਗਾ। ਸੰਕਲਪੋ ਵਿਕਲਪੋ ਹੀ ਮਨਹਾ, ਸੰਕਲਪ ਵਿਕਲਪ ਹੀ ਮਨ ਹੈ। ਫਿਰ ਇਹ ਸੰਕਲਪ ਵਿਕਲਪ ਨਹੀਂ ਕਰੇਗਾ। ਉੜਾ ਨਾ ਹੰਸ, ਭੱਜੇਗਾ ਨਹੀਂ, ਨਹਿ ਕੰਧ ਛੀਜੈ। ਫਿਰ ਇਹ ਸਰੀਰ ਜਿਹੜਾ ਵਿਕਾਰਾਂ ਵਿੱਚ ਖਚਤ ਨਹੀਂ ਹੋਵੇਗਾ, ਇਹ ਸਰੀਰ ਵਿਕਾਰਾਂ 'ਚ ਛਿੱਜੇਗਾ ਨਹੀਂ, ਜੀਰਣ ਨਹੀਂ ਹੋਵੇਗਾ, ਇਹ ਵਿਕਾਰਾਂ ਤੋਂ ਰਹਿਤ ਹੋ ਜਾਏਗਾ। ਇਹ ਕਾਇਆ ਵੀ ਬਚ ਜਾਏਗੀ ਵਿਕਾਰਾਂ ਤੋਂ। ਜੇ ਮਨ ਬਚ ਗਿਆ ਫਿਰ ਤਨ ਵੀ ਬਚ ਜਾਏਗਾ, ਜੇ ਮਨ ਨਹੀਂ ਬਚਿਆ ਫਿਰ ਤਨ ਵੀ ਬਚਣਾ ਔਖਾ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਫਿਰ ਇਹ ਵਿਕਾਰਾਂ 'ਚ ਨਹੀਂ ਛਿੱਜੇਗਾ। ਇਹ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬੋਲ ਨੇ, ਬੜੇ ਡੂੰਘੇ ਬਚਨ ਨੇ ਸਤਿਗੁਰਾਂ ਦੇ। ਸਾਡੀ ਬੁੱਧੀ ਨਹੀਂ ਉੱਥੇ ਤਾਈਂ ਜਾ ਸਕਦੀ ਜਿੱਥੇ ਮੇਰੇ ਸਾਹਿਬ ਨੇ ਜਾ ਕੇ ਉਚਾਰਨ ਕੀਤੇ ਹੈ। ਕੇਵਲ ਅੱਖਰੀ ਅਰਥ
ਆਪ ਸਾਰੀ ਸੰਗਤ ਨਾਲ ਸਾਂਝੇ ਕੀਤੇ ਨੇ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ। ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਤਿਬੁੱਧੀ ਤੇ ਸਮਤ ਪ੍ਰਦਾਨ ਕਰਨ। ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਸਤਿਗੁਰੂ ਜੀ ਥਾਂ ਪਾ ਲੈਣ। ਸਾਡੀਆਂ ਹਾਜ਼ਰੀਆਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚਖੰਡ ਵਿੱਚ ਆਪਣਿਆਂ ਚਰਨਾਂ 'ਚ ਲਾ ਲੈਣ, ਜਿੱਥੇ ਸਾਹਿਬ ਜੀ ਆਪ ਵਸਦੇ ਹਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਲਾਗ ਤੇ ਦੀਵਾਨ ਰਹੈ, ਗਾਵ ਤੇ ਸੁਜਾਨ ਰਹੈ, ਝੂਲ ਤੇ ਨਿਸ਼ਾਨ ਰਹੈ, ਪੰਥ ਮਹਾਰਾਜ ਕੇ। ਵਾਹਿਗੁਰੂ 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 ਵਾਹਿਗੁਰੂ। 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ, ਜਿਉ ਪਿੰਡ ਸਭ ਤੇਰੀ। ਤੁਮ ਮਾਤ ਪਿਤਾ ਹਮ ਵਾਰਿਕ, ਤੁਮਰੀ ਕਿਰਪਾ ਮਹਿ ਸੁਖ। कोई न जान तुमरा अंत, ऊंचे ते ऊंचा। सगल सामग्री तुमरा सूत्र तारी, तुम ते होए। तुमरी गत मित तुम ही जानी, नानक दास सदा। तुमरी गत मित तुम ही जानी, नानक दास। बोलो जी वाहिगुरु। एक ओंकार। वाहिगुरु जी की फतेह। श्री भगवती जी सहाय। वार श्री भगवती जी की पातशाही 10वीं। प्रथम भगवती सिमर का गुरु नानक लई ध्याए। फिर अंगद गुर ते अमरदास रामदास हुई सहाय। अर्जुन हर गोबिंद नाउ सिमराऊं श्री हर राय। श्री हर कृष्ण ध्याइया, जिस डिठे सब दुख जाए। तेग बहादुर सिमरिया, कर नाउ निध अवताए। सब थाई हुए सहाय। 10वें पातशाह श्री गुरु गोबिंद सिंह साहिब जी, सब थाई हुए सहाय। 10 पातशाहियां दी जोत श्री गुरु ग्रंथ साहिब जी दे पाठ दीदार दा ध्यान धर के बोलो जी। 5 प्यारियां 4 साहिबजादियां 40 मुक्तियां। हठियां जपियां तपियां, जिन्हां नाम जपिया वंड छकिया।
ਦੇਗ ਚਲਾਈ ਤੇਗ ਵਾਈ ਦੇ ਕੇ ਅੰਡਠ ਕੀਤਾ। ਤਿਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੇ ਕੇਸਾਂ ਸਵਾਸਾਂ ਨਾਲ ਨਿਵਾਹੇ, ਤਿਨਾਂ ਦੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਾਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ। ਪੰਥ ਕੇ ਜੇਤਾ ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ ਨਾਮ ਦਾਨ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ ਮਤ, ਪਾਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲੇ ਦਰਸ਼ਨ ਦਿਦਾਰ, ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਸੱਚੇ ਪਿਤਾ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਓ। ਆਪ ਜੀਆਂ ਦੇ ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੁਖ ਨਿਵਾਰਨ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀਆਂ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ ਸਤਿਗੁਰੂ ਜੀਓ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਸੱਚਖੰਡ ਸੁੰਦਰ ਦੀਵਾਨ ਸਜੇ ਸਜੇ ਦੀਵਾਨਾ ਅੰਦਰ ਸੰਪੂਰਣਾ ਸਾ ਕੀ ਵਾਰ ਦੇ ਸ਼ਬਦ ਕੀਰਤਨ 6 ਪੌੜੀਆਂ ਆਨੰਦ ਸਾਹਿਬ ਜੀ ਦੇ ਗਾਇਨ ਉਪਰੰਤ ਅੱਜ ਦੇ ਪਾਵਨ ਮੁਖ ਵਾਕ ਦੀ ਵਿਚਾਰ ਹੋਈ। ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅਗਾਹ ਵਾਸਤੇ ਸੋਧ ਸਪਸ਼ਟ ਗੁਰਬਾਣੀ ਉਚਾਰਨ ਕਰਨ ਦਾ, ਕਥਾ ਵਿਚਾਰਾ ਕਰਨ ਦਾ, ਸੇਵਾ ਕਰਨ ਦਾ ਬਾਲ ਬੋਧ ਸਮਤ ਬਖਸ਼ਿਸ਼ ਕਰਨੀ। ਸੱਚੇ ਪਾਤਸ਼ਾਹ ਜੀਓ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ। ਆਪਣੇ ਦਰੋਂ ਕਰੋ ਸਿੱਖੀ ਸੇਦਕ ਭਰੋਸਾ ਨਾਮਦਾਨ ਬਖਸ਼ਣਾ ਸ਼ੋਭ ਭਾਵਨਾਵਾਂ ਪੂਰੀਆਂ ਕਰਨੀਆਂ। ਯਾਤਰਾ ਸਫਲੀ ਕਰਨੀ ਪੜੀ ਸੁਣੀ ਗੁਰਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾਵਣਾ ਜੀ। ਸਾਵਨਾ ਘਰਾਂ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਮੇਲ ਇਤਫਾਕ ਬਖਸ਼ਣਾ। ਕਾਰੋਬਾਰਾਂ 'ਚ ਵਾਧੇ ਬਖਸ਼ਣੇ ਆਪ ਜੀ ਦੇ ਚਰਨਾਂ ਦੀ ਪ੍ਰਤੀਤ ਪ੍ਰੀਤ ਬਖਸ਼ਣੀ। ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਬਖਸ਼ੇ ਭੰਡਾਰਿਆਂ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦ ਹਾਜ਼ਰ ਹੈ ਦਰ ਪ੍ਰਵਾਨ ਹੋਵੇ।
ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਜੀ ਕਰੋ ਕਿਰਪਾ ਸ਼੍ਰੀ ਮੁਖ ਵਾਕ ਬਖਸ਼ ਕੇ ਨਿਹਾਲ ਕਰੋ। ਅੱਖਰ ਵਾਧਾ ਘਾਟਾ ਪੁੱਲ ਚੁੱਕ ਮੁਆਫ ਕਰਨਾ ਸਰਬੱਤ ਦੇ ਕਾਰਜ ਰਾਸ ਕਰਨੇ। ਸਈ ਪਿਆਰਿਆ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੇ ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਬੋ ਚਾਹੈ। ਰਾਜ ਕਰੇਗਾ ਖਾਲਸਾ खुआर हुए सब मिलहेंगे। राज करेगा खालसा खुआर हुए सब मिलहेंगे। बोले सो वाहिगुरु जी का खालसा वाहिगुरु जी की फतेह। सतनाम श्री वाहिगुरु साहिब जी। जेता समुंद सागर नीर भरिया तेते अवगण हमारे। दया करहो किछ मेहर उपावो डुबदे पत्थर तारे। जियड़ा अगन बराबर तपै भीतर वगै काती।